ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨਾਲ ਦੇਸ਼ ਵਿਦੇਸ਼ ਤੋਂ ਜੁੜ ਚੁੱਕੇ ਸਾਰੇ ਦਰਸ਼ਕਾਂ ਨੂੰ ਐਡਮਿੰਟਨ ਸ਼ਹਿਰ ਤੋਂ ਮਨਜੀਤ ਸਿੰਘ ਫਿਰਮਣ ਵੱਲੋਂ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡਾਈ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਜੀ। ਅੱਜ ਦੇ ਇਸ ਐਪੀਸੋਡ ਵਿੱਚ ਕੁਝ ਖੇਤਰੀ, ਕੁਝ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਪਰ ਗੱਲਬਾਤ ਕਰਾਂਗੇ ਜੀ। ਔਰ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਸਰਦਾਰ ਗੁਰਿੰਦਰ ਸਿੰਘ ਜੀ, ਜਿਹੜੇ ਕਿ ਰੀਸੈਂਟਲੀ ਇੰਡੀਆ ਤੋਂ ਵਾਪਸ ਆਏ ਹਨ ਕੈਨੇਡਾ ਵਿੱਚ। ਹੋਟਲ ਕੁਆਰੰਟਾਈਨ ਕਰਨ ਤੋਂ ਬਾਅਦ ਹੁਣ ਉਹ ਆਪਣੇ ਘਰ ਦੇ ਵਿੱਚ ਕੁਆਰੰਟਾਈਨ ਕਰ ਰਹੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਆ ਜੀ। ਆਓ ਇਹਨਾਂ ਦਾ ਸਵਾਗਤ ਕਰ ਲੈਂਦੇ ਆ। ਭਾਜੀ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ ਮਨਜੀਤ ਸਿੰਘ ਜੀ, ਥੈਂਕ ਯੂ ਵੈਰੀ ਮਚ। ਭਾਜੀ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਜੀ ਕਿ ਜਿਹੜਾ ਭਾਰਤ ਤੋਂ ਕੈਨੇਡਾ ਤੱਕ ਦਾ ਸਫ਼ਰ ਸੀਗਾ ਕਿਵੇਂ ਦਾ ਰਿਹਾ, ਜਿਹੜਾ ਹੋਟਲ ਕੁਆਰੰਟਾਈਨ ਸੀਗਾ ਉਹ ਕਿਵੇਂ ਦਾ ਰਿਹਾ, ਔਰ ਤੁਹਾਡੇ ਆਉਣ ਤੋਂ ਬਾਅਦ ਵੇਖ ਲਓ ਜੀ ਅਸੀਂ ਰੂਲਸ ਵੀ ਚੇਂਜ ਕਰਨ ਜਾ ਰਹੇ ਹਾਂ। ਬਿਲਕੁਲ ਜੀ, ਬਿਨਾਂ ਸ਼ੱਕ ਰੂਲ ਚੇਂਜ ਹੋ ਰਹੇ ਨੇ। ਵੈਸੇ ਚੰਗੀ ਗੱਲ ਹੈ ਜੀ, ਰੂਲ ਚੇਂਜ ਹੋ ਰਹੇ ਨੇ। ਲੇਕਿਨ ਤੁਸੀਂ ਸਫ਼ਰ ਦੀ ਗੱਲ ਕੀਤੀ ਹੈ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਨੂੰ ਕਿਸੇ ਫੈਮਿਲੀ ਐਮਰਜੈਂਸੀ ਕਰਕੇ ਐਕਚੁਅਲੀ ਜਾਣਾ ਪਿਆ ਸੀ, ਅਤੇ ਮਾਰਚ ਦੇ ਤਕਰੀਬਨ ਮੈਂ 18 ਤਰੀਕ ਨੂੰ ਇੱਥੋਂ ਗਿਆ ਸੀ। ਤਕਰੀਬਨ 3 ਮਹੀਨੇ ਤੋਂ ਥੋੜ੍ਹਾ ਜਿਹਾ ਘੱਟ ਸਮਾਂ ਮੈਂ ਇੰਡੀਆ ਦੇ ਵਿੱਚ ਲਗਾ ਕੇ ਆਇਆ ਜੀ। ਅਤੇ ਵਾਪਸ ਆਉਣ ਲੱਗਿਆ, ਕਿਉਂਕਿ ਕੈਨੇਡਾ ਗੌਰਮੈਂਟ, ਜੇ ਅਗਰ ਮੈਂ ਗਲਤ ਨਹੀਂ ਤਾਂ ਸਭ ਤੋਂ ਪਹਿਲਾਂ ਕੈਨੇਡਾ ਮੁਲਕ ਸੀ ਜਿਨ੍ਹਾਂ ਨੇ ਇੰਡੀਆ ਬਾਰੇ, ਉਹਨਾਂ ਨੇ ਇੰਡੀਆ ਤੋਂ ਸਿੱਧੀਆਂ ਫਲਾਈਟਾਂ ਬੈਨ ਕੀਤੀਆਂ ਸਨ। ਉਸ ਤੋਂ ਬਾਅਦ ਅਮਰੀਕਾ ਨੇ, ਯੂਰਪ ਨੇ, ਹੋਰ ਕਈਆਂ ਕੰਟਰੀਜ਼ ਨੇ ਵੀ ਬੰਦ ਕੀਤੀਆਂ। ਲੇਕਿਨ ਮੇਰੇ ਖਿਆਲ ਸਾਡੇ ਵੇਖਣ ਵਾਲੇ ਸ਼ਾਇਦ ਜਾਣਦੇ ਹੋਣਗੇ ਕਿ ਇੱਕ ਮੁੱਖ ਕਾਰਨ ਕੈਨੇਡਾ ਦੀ ਸਰਕਾਰ ਵੱਲੋਂ ਜਿਹੜਾ ਦੱਸਿਆ ਗਿਆ ਸੀ ਉਹ ਇਹ ਸੀ ਕਿ ਇੰਡੀਆ ਤੋਂ ਜਿਹੜੇ ਲੋਕ ਟੈਸਟ ਕਰਵਾ ਕੇ ਲਿਆਉਂਦੇ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਉਹ ਜਿਹੜਾ ਇੰਡੀਆ ਤੋਂ ਟੈਸਟ ਕੀਤਾ ਹੈ, ਸਾਨੂੰ ਉਸ 'ਤੇ ਭਰੋਸਾ ਨਹੀਂ। ਐਜ਼ ਏ ਕੰਟਰੀ ਇਹ ਇੱਕ ਬੜੀ ਮੰਦਭਾਗੀ ਗੱਲ ਹੈ ਕਿ ਕਿਸੇ ਕੰਟਰੀ 'ਤੇ ਇਸ ਤਰ੍ਹਾਂ ਦਾ ਕੋਈ, ਇਹਨੂੰ ਮੈਂ ਇਲਜ਼ਾਮ ਹੀ ਕਹਾਂਗਾ, ਕਿਉਂਕਿ ਇੱਕ ਗੱਲ ਵੱਖਰੀ ਹੈ ਕਿ ਜਿਹੜੀਆਂ ਜਨਰਲ ਰਿਸਟ੍ਰਿਕਸ਼ਨਸ ਨੇ, ਲੇਕਿਨ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਟੈਸਟ 'ਤੇ ਭਰੋਸਾ ਨਹੀਂ, ਫਿਰ ਸਿਚੁਏਸ਼ਨ, ਫਿਰ ਜਿਹੜੀ ਗੱਲ ਥੋੜ੍ਹੀ ਜਿਹੀ ਵੱਖਰੀ ਹੋ ਜਾਂਦੀ ਹੈ। ਕ੍ਰੈਡੀਬਿਲਿਟੀ ਕਿਤੇ ਨਾ ਕਿਤੇ ਜੀ ਸਵਾਲੀਆ ਨਿਸ਼ਾਨ ਲੱਗਦਾ ਹੈ। ਬਿਲਕੁਲ, ਕ੍ਰੈਡੀਬਿਲਿਟੀ 'ਤੇ ਸਵਾਲੀਆ ਨਿਸ਼ਾਨ ਲੱਗਦਾ। ਔਰ ਮੈਂ ਸੰਖੇਪ 'ਚ ਗੱਲ ਇਹਦੇ ਵਿੱਚ ਕਰ ਰਿਹਾ ਕਿ ਮੈਨੂੰ ਇਹੀ ਕਰਨਾ ਪਿਆ ਕਿ ਜਿਹੜੀ ਮੈਂ ਫਲਾਈਟ ਲਈ, ਮੈਂ ਲੁਫਥਾਂਜ਼ਾ ਦੀ ਫਲਾਈਟ ਆਪਣੇ ਬਾਇਆ ਫਰੈਂਕਫਰਟ ਜਰਮਨੀ ਜਿਹੜਾ ਹੈ ਜੀ, ਉੱਥੋਂ ਦਿੱਲੀ ਤੋਂ ਫਰੈਂਕਫਰਟ ਤੋਂ ਫਿਰ ਮੈਕਸੀਕੋ, ਅਤੇ ਮੈਕਸੀਕੋ 'ਤੇ ਫਿਰ ਮੈਂ 2 ਰਾਤਾਂ ਰੁਕ ਕੇ ਉੱਥੇ ਟੈਸਟ ਕਰਵਾਇਆ, ਅਤੇ ਉੱਥੇ ਦੀ ਰਿਪੋਰਟ ਲੈ ਕੇ ਕੈਨੇਡਾ ਵਿੱਚ ਐਂਟਰ ਹੋਇਆ ਜੀ। ਅਤੇ ਹੋਟਲ ਮੈਂ ਪਹਿਲਾਂ ਜਿਹੜਾ ਆਪਣੇ ਕੁਆਰੰਟਾਈਨ ਲਈ ਟੋਰਾਂਟੋ ਦੇ ਵਿੱਚ ਬੁੱਕ ਕਰਵਾ ਲਿਆ ਸੀ। ਵੈਸੇ 3 ਰਾਤਾਂ ਬੁੱਕ ਕੀਤੀਆਂ ਸਨ, ਲੇਕਿਨ ਦੂਜੇ ਦਿਨ ਰਿਜ਼ਲਟ ਆ ਗਿਆ ਨੈਗੇਟਿਵ, ਅਤੇ ਉਹ ਕਹਿੰਦੇ ਕਿ ਤੁਸੀਂ ਘਰ ਜਾ ਕੇ ਜਿਹੜਾ ਰਿਮੇਨਿੰਗ ਪਾਰਟ ਹੈ ਤੁਸੀਂ ਕੁਆਰੰਟਾਈਨ ਕਰੋ, ਅਤੇ ਹੁਣ ਘਰ ਕੁਆਰੰਟਾਈਨ ਕਰ ਰਹੇ ਹਾਂ ਜੀ। ਤੇ ਭਾਈ ਜਿਹੜੀ ਸਭ ਤੋਂ ਪਹਿਲੀ ਅਸੀਂ ਗੱਲਬਾਤ ਕਰਨੀ ਹੈ ਮੁੱਦੇ ਦੇ ਉੱਪਰ, ਉਹ ਹੈ ਕਿ ਇੱਕ ਵਿਸ਼ਵ ਵਿਆਪੀ ਸਮੱਸਿਆ ਵਾ ਨਸਲਵਾਦ, ਔਰ ਜਿਹੜੀ ਹੇਟਡਨੈਸ ਹੈ ਜੀ, ਉਹ ਹੈ ਤੇ ਵੈਸੇ ਵਿਸ਼ਵ ਵਿਆਪੀ ਆ, ਪਰ ਪਿਛਲੇ ਕੁਝ ਦਿਨਾਂ 'ਚ ਕੈਨੇਡਾ ਦੇ ਵਿੱਚ ਕਈ ਇਹੋ ਜਿਹੇ ਐਪੀਸੋਡ ਹੋਏ ਨੇ ਜਿਨ੍ਹਾਂ ਤੋਂ ਲੱਗਦਾ ਵੀ ਕੈਨੇਡਾ ਦੇ ਵਿੱਚ ਵੀ ਜਿਹੜੀਆਂ ਇਹ ਸਮੱਸਿਆਵਾਂ ਨੇ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਹੋ ਸਕਦੇ ਨੇ, ਔਰ ਸੰਭਾਵੀ ਕੀ ਸੋਲੂਸ਼ਨ ਹੋ ਸਕਦੇ ਨੇ, ਕਿਉਂਕਿ ਇਹ ਸਮੱਸਿਆ ਜਿਹੜੀ ਹੈ ਜੀ ਇਹ ਮਨੁੱਖਤਾ ਲਈ ਇੱਕ ਬਹੁਤ ਵੱਡਾ ਚੈਲੰਜ ਹੈ। ਬਿਨਾਂ ਸ਼ੱਕ ਮਨਜੀਤ ਸਿੰਘ ਜੀ, ਸਮੁੱਚੀ ਦੁਨੀਆ ਦੇ ਵਿੱਚ ਇਹ ਸਮੱਸਿਆ ਜਿਹੜੀ ਹੈ, ਜੇ ਮੈਂ ਗਲਤ ਨਹੀਂ ਤਾਂ ਇਹਦੇ ਵਿੱਚ ਇਜ਼ਾਫਾ ਹੋ ਰਿਹਾ, ਵਾਧਾ ਹੋ ਰਿਹਾ। ਜਿਹੜੀ ਇੱਕ ਦੂਜੇ ਪ੍ਰਤੀ ਘਿਰਣਾ ਹੈ ਉਹਦੇ ਵਿੱਚ ਵਾਧਾ ਹੋ ਰਿਹਾ। ਲੇਕਿਨ ਜੋ ਰੀਸੈਂਟਲੀ ਕੈਨੇਡਾ ਦੇ ਵਿੱਚ ਹੋਇਆ, ਇਹ ਕੈਨੇਡਾ ਲਈ ਇਹ ਨਹੀਂ ਕਿ ਪਹਿਲੀ ਵਾਰ ਹੋਇਆ। ਅਗਰ ਅਸੀਂ ਯਾਦ ਕਰੀਏ ਤਾਂ ਤਕਰੀਬਨ 2016 ਦੇ ਵਿੱਚ ਕਿਊਬਿਕ ਦੀ ਇੱਕ ਮੌਸਕ ਦੇ ਵਿੱਚ, ਮਸਜਿਦ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਘਟਨਾ ਹੋਈ ਸੀ। ਟੋਰਾਂਟੋ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਹੋ ਚੁੱਕੀ ਹੈ। ਲੇਕਿਨ ਦੂਜੀ ਗੱਲ ਇਹ ਹੈ ਕਿ ਭਾਵੇਂ ਰੇਸਿਜ਼ਮ ਬਹੁਤ ਤਰ੍ਹਾਂ ਦਾ ਹੈ, ਲੇਕਿਨ ਇਹ ਜਿਹੜੀਆਂ ਘਟਨਾਵਾਂ ਨੇ, ਇੱਕ ਖਾਸ ਵਰਗ ਜਿਹੜਾ ਮੁਸਲਿਮ ਭਾਈਚਾਰਾ ਹੈ ਕੈਨੇਡਾ ਦਾ, ਉਹਨਾਂ ਦੇ ਖਿਲਾਫ ਇਹ ਨਫ਼ਰਤ ਜਿਹੜੀ ਹੈ ਇਹ ਦੇਖਣ ਨੂੰ ਮਿਲ ਰਹੀ ਹੈ। ਔਰ ਹੁਣੇ ਓਨਟਾਰੀਓ ਤੇ ਲੰਡਨ ਸ਼ਹਿਰ ਦੇ ਵਿੱਚ ਜੋ ਹੋਇਆ, ਇੱਕ ਘੁੱਗ ਵਸਦਾ ਪਰਿਵਾਰ, ਅਗਰ ਮੈਂ ਕਹਾਂ ਕਿ ਉੱਜੜ ਜਾਣ ਵਾਲੀ ਗੱਲ ਹੈ। ਇੱਕ ਬੱਚਾ ਜਿਹੜਾ 9 ਸਾਲ ਦਾ, ਉਹ ਹਸਪੀਟਲ ਦੇ ਵਿੱਚ ਹੈ। ਉਸ ਦਾ ਬਾਪ, ਬੱਚੇ ਦਾ, ਉਸ ਦੀ ਮਾਤਾ, ਉਸ ਦੀ ਭੈਣ ਤੇ ਉਸ ਦੀ ਦਾਦੀ, ਉਹਨਾਂ ਚਾਰਾਂ ਨੇ ਇਸ ਨਫ਼ਰਤ ਜਿਹੜੀ ਹੈ ਇਹਦੇ ਕਰਕੇ ਆਪਣੀਆਂ ਜਾਨਾਂ ਗਵਾਈਆਂ ਨੇ। ਔਰ ਕੈਨੇਡਾ ਇੱਕ ਅਜਿਹਾ ਕੰਟਰੀ ਹੈ ਜਿੱਥੇ ਬਹੁਤ ਗਿਣਤੀ ਦੇ ਵਿੱਚ ਇਮੀਗਰੈਂਟ ਆਉਂਦੇ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ, ਦੁਨੀਆ ਦੇ ਹਰ ਖਿੱਤੇ ਤੋਂ ਇੱਥੇ ਇਮੀਗਰੈਂਟ ਆਉਂਦੇ ਨੇ। ਸੋ ਕੈਨੇਡਾ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤੇ ਇਸ ਦਾ ਪ੍ਰਭਾਵ ਬਹੁਤ ਪੈਂਦਾ ਹੈ। ਵੈਸੇ ਵੀ ਕੈਨੇਡੀਅਨਾਂ ਨੂੰ ਕਾਫੀ ਸਹਿਣਸ਼ੀਲਤਾ ਵਾਲੇ ਮੰਨਿਆ ਜਾਂਦਾ ਹੈ, ਹਨ ਵੀ,
ਲੇਕਿਨ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਦੀਆਂ ਘਟਨਾਵਾਂ ਜਾਂ ਜਿਸ ਤਰ੍ਹਾਂ ਦਾ ਦੁਨੀਆ ਦੇ ਵਿੱਚ ਵਾਤਾਵਰਨ ਹੈ, ਉਸ ਦਾ ਅਸਰ ਕੈਨੇਡਾ ਦਾ ਵੀ ਪਿਆ। ਔਰ ਦੂਜੀ ਗੱਲ ਇਹ ਮੈਂ ਦੱਸ ਦੇਵਾਂ ਕਿ ਇਹ ਜਿਹੜੀ ਰੇਸਿਜ਼ਮ ਹੈ, ਇਸ ਨੂੰ ਜਿਵੇਂ ਤੁਹਾਨੂੰ ਯਾਦ ਹੋਵੇਗਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਲਫ਼ਜ਼ ਯੂਜ਼ ਕੀਤਾ ਸੀ ਟੈਰਰਿਜ਼ਮ। ਬਿਲਕੁਲ, ਉਹਨਾਂ ਨੇ ਟੈਰਰਿਜ਼ਮ ਦਾ ਵਰਡ ਯੂਜ਼ ਕੀਤਾ ਹੈ। ਅਜੇ ਜਿਹੜੀਆਂ ਜਾਂਚ ਏਜੰਸੀਆਂ ਨੇ ਉਹ ਵੇਖ ਕਰ ਰਹੀਆਂ ਨੇ ਕਿ ਇਸ ਨੂੰ ਟੈਰਰਿਜ਼ਮ ਦੇ ਮਾਮਲੇ ਦੇ ਵਿੱਚ ਰੱਖਣਾ, ਉਹਨਾਂ ਦੇ ਕੋਈ ਜਿਹੜੇ ਆ ਕੋਈ ਨਿਯਮ ਹੋਣਗੇ ਕਿ ਕਿਸ ਤਰ੍ਹਾਂ ਉਹ ਕੈਟਾਗਰਾਈਜ਼ ਕਰਦੇ ਨੇ, ਇਹ ਸਮਾਂ ਦੱਸੇਗਾ। ਲੇਕਿਨ ਕੁਝ ਚੀਜ਼ਾਂ ਜਿਹੜੀਆਂ ਨੇ, ਅਗਰ ਮੈਂ ਕੈਨੇਡਾ ਦੇ ਤੌਰ ਤੇ ਜਾਂ ਕੈਨੇਡਾ ਦੀਆਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਜਾਂ ਸੰਸਥਾਵਾਂ ਦੇ ਤੌਰ ਤੇ ਗੱਲ ਕਵਾਂ, ਤੇ ਇੱਕ ਚੀਜ਼ ਬੜੀ ਦੇਖਣ ਨੂੰ ਮਿਲੀ ਹੈ ਕਿ ਅਕ੍ਰੋਸ ਦਾ ਪਾਰਟੀ ਲਾਈਨ, ਬਿਨਾਂ ਕਿਸੇ ਪਾਰਟੀ ਦੇ ਭੇਦਭਾਵ ਦੇ ਹਰ ਵਰਗ ਦੇ ਲੋਕਾਂ ਨੇ ਇਸ ਦੀ ਨਿੰਦਾ ਹੀ ਨਹੀਂ ਕੀਤੀ, ਸਗੋਂ ਜੇ ਖਾਸ ਕਰਕੇ ਸਾਡੇ ਜਿਹੜੇ ਸੁਣਨ ਵਾਲੇ ਨੇ, ਉਹਨਾਂ ਨੇ ਜਗਮੀਤ ਸਿੰਘ ਨੇ ਜਿਹੜਾ ਉਹਨਾਂ ਦਾ ਪਹਿਲਾ ਬਿਆਨ ਸੀ, ਇੰਨਾ ਭਾਵੁਕ ਹੋ ਕੇ ਉਹਨਾਂ ਨੇ ਬਿਆਨ ਦਿੱਤਾ। ਔਰ ਇਹਨਾਂ ਸਾਰੇ ਲੋਕਾਂ ਦੇ ਜਿਹੜੀ ਉਹਨਾਂ ਨੇ ਇਸ ਬਾਰੇ ਕਮੈਂਟ ਕੀਤੇ ਨੇ, ਉਹਦੇ ਪਿੱਛੇ ਇੱਕ ਖਾਸ ਗੱਲ ਇਹ ਸੀ ਕਿ ਰੇਸਿਜ਼ਮ ਹੈ ਤੇ ਸਾਨੂੰ ਮੰਨਣਾ ਪਵੇਗਾ, ਤੇ ਅਗਰ ਅਸੀਂ ਮੰਨਾਂਗੇ ਤੇ ਫਿਰ ਹੀ ਇਹਦੇ ਬਾਰੇ ਕੁਝ ਨਾ ਕੁਝ ਕਰ ਸਕਦੇ ਹਾਂ ਜੀ। ਕੀ ਹੁੰਦਾ ਹੈ, ਕੀ ਕਰਦੀਆਂ ਨੇ ਸਰਕਾਰਾਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਕੈਨੇਡਾ ਦੇ ਲਈ ਇਹ ਇੱਕ ਚੈਲੰਜ ਬਣਦਾ ਜਾ ਰਿਹਾ, ਖਾਸ ਕਰਕੇ ਇਸਲਾਮਿਕ ਭਾਈਚਾਰੇ ਦੇ ਪ੍ਰਤੀ ਜਿਹੜੀ ਨਫ਼ਰਤ ਹੈ, ਉਸ ਦੀਆਂ ਘਟਨਾਵਾਂ ਦੇ ਵਿੱਚ ਕਾਫੀ ਵਾਧਾ ਹੋਇਆ। ਔਰ ਇੱਕ ਗੱਲ ਮੈਂ ਹੋਰ ਦੱਸ ਦਿਆਂ ਕਿ ਅਕਸਰ ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਰਾਈਟ ਵਿੰਗ ਗੋਰੀ ਨਸਲ ਦੇ ਲੋਕ ਨੇ, ਉਹਨਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਸ਼ਾਇਦ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਭੇਦਭਾਵ ਦੀ ਜਿਹੜੀ ਗੱਲਬਾਤ ਹੈ ਜਾਂ ਭਾਵਨਾ ਉਹ ਵੱਧ ਹੈ। ਲੇਕਿਨ ਕੁਝ ਸੰਸਥਾਵਾਂ ਵੱਲੋਂ ਇਸ ਤਰ੍ਹਾਂ ਦੇ ਸਰਵੇ ਕੀਤੇ ਗਏ ਨੇ, ਜਿਹਦੇ ਵਿੱਚ ਇਹ ਮੰਨਿਆ ਗਿਆ ਕਿ ਤਕਰੀਬਨ ਚੌਥਾ ਹਿੱਸਾ ਕੈਨੇਡੀਅਨ ਜਿਹੜੇ ਨੇ, ਜਦੋਂ ਉਹਨਾਂ ਤੇ ਸਰਵੇ ਕੀਤਾ ਗਿਆ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਚਾਹੁੰਦੇ ਹਨ ਕਿ ਜਿਹੜੇ ਇਸਲਾਮਿਕ ਕੰਟਰੀ ਨੇ ਜਾਂ ਜਿਹੜੇ ਇਸਲਾਮ ਜਾਂ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਤੇ ਜਿਹੜੀ ਇਮੀਗ੍ਰੇਸ਼ਨ ਹੈ ਜਿਹੜੀ ਉਹਨਾਂ ਦੀ, ਉਸ ਤੇ ਬੈਨ ਲਗਾਇਆ ਜਾਵੇ। ਔਰ ਇਹ ਜਿਹੜਾ 1/4 ਜਿਹੜਾ ਚੌਥਾ ਹਿੱਸਾ ਲੋਕਾਂ ਦੀ ਗੱਲ, ਉਹਦੇ ਵਿੱਚ ਅਗਰ ਕਿਊਬਿਕ ਦੀ ਗੱਲ ਕਰੀਏ ਤੇ 50% ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਕਹਿੰਦੇ ਨੇ ਕਿ ਮੁਸਲਿਮ ਲੋਕਾਂ ਦੀ ਇਮੀਗ੍ਰੇਸ਼ਨ ਤੇ ਬੈਨ ਲਗਾਇਆ ਜਾਵੇ। ਸੋ ਇੰਨੀ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਰਾਈਟ ਵਿੰਗ ਵਾਲੇ ਲੋਕ, ਉਹਨਾਂ ਦੀ ਗਿਣਤੀ ਇੰਨੀ ਵੱਡੀ ਨਹੀਂ, ਸੋ ਆਮ ਕੈਨੇਡੀਅਨ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਕੁਝ ਨਾ ਕੁਝ ਕਿਸੇ ਹੱਦ ਤੱਕ ਇਹ ਭਾਵਨਾ ਹੈ। ਸੋ ਕੈਨੇਡਾ ਦੇ ਲਈ ਇੱਕ ਵੱਡਾ ਚੈਲੰਜ ਹੈ ਕਿ ਇਸ ਤਰ੍ਹਾਂ ਐਡਰੈਸ ਕਰਨਾ ਹੈ ਸਾਨੂੰ, ਕਿਉਂਕਿ ਬਿਨਾਂ ਸ਼ੱਕ ਕੈਨੇਡਾ ਦੀ ਜਿਹੜੀ ਇਕੋਨਮੀ ਹੈ ਜਾਂ ਜੋ ਕੈਨੇਡਾ ਦਾ ਫਿਊਚਰ ਹੈ, ਉਹ ਇਮੀਗ੍ਰੇਸ਼ਨ ਤੇ ਬਹੁਤ ਨਿਰਭਰ ਕਰਦਾ ਹੈ। ਅਗਰ ਇਸ ਤਰ੍ਹਾਂ ਦੀਆਂ ਘਟਨਾਵਾਂ ਕੈਨੇਡਾ ਦੇ ਵਿੱਚ ਹੁੰਦੀਆਂ ਨੇ ਤੇ ਮੇਰਾ ਖਿਆਲ ਹੈ ਕਿ ਇਹ ਸੋਚਣ ਵਾਲੀ ਗੱਲ ਹੈ ਕੈਨੇਡਾ ਦੀ ਸਰਕਾਰ ਲਈ ਤੇ ਸਾਰੇ ਕੈਨੇਡੀਅਨਾਂ ਲਈ। ਬਿਲਕੁਲ ਜੀ, ਅਗਰ ਪਿਛਲੇ ਕੁਝ ਦਿਨਾਂ ਤੇ ਝਾਤੀ ਮਾਰੀ ਜਾਵੇ ਤੇ ਇੱਕ ਹੋਰ ਬੜੀ ਮੰਦਭਾਗੀ ਖਬਰ ਸੀਗੀ, ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਸੀ। ਬਸਤੀਵਾਦ ਦੀਆਂ ਕੁਝ ਨਿਸ਼ਾਨੀਆਂ ਜਿਹੜੀਆਂ ਨੇ ਜੀ, ਕੈਮਲੂਪਸ BC ਦੇ ਵਿੱਚ ਇੱਕ ਰਿਹਾਇਸ਼ੀ ਸਕੂਲ ਸੀਗਾ, ਉਹਦੇ ਆਲੇ ਦੁਆਲੇ 215 ਬੱਚਿਆਂ ਦੇ ਕੰਕਾਲ ਪਿੰਜਰ ਮਿਲੇ। ਉਹਦੇ ਉੱਪਰ ਕੀ ਟਿੱਪਣੀ ਕਰਨਾ ਚਾਹੋਗੇ? ਦੇਖੋ ਜੀ, ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਦੀ ਹਿਸਟਰੀ ਹੈ, ਇਹ ਬੜੇ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਚਰਚਾ ਦਾ ਵਿਸ਼ਾ ਰਹੀ ਹੈ। ਪ੍ਰਤੀਕਰਮ ਬਹੁਤ ਸਾਰੇ ਨੇ। ਕੁਝ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਨੂੰ ਸਹੀ ਤਰੀਕੇ ਦੇ ਨਾਲ ਨਜਿੱਠਿਆ ਨਹੀਂ ਗਿਆ, ਤੇ ਉਸ ਨਜਿੱਠਣ ਦੇ ਵਿੱਚ ਇੱਕ ਕਾਰਨ ਇਹ ਦੱਸਿਆ ਗਿਆ ਕਿ ਇਹਨੂੰ ਸਹੀ ਤਰੀਕੇ ਦੇ ਨਾਲ ਸਾਡੇ ਸਕੂਲਾਂ ਦੇ ਵਿੱਚ, ਸਾਡੇ ਕਾਲਜਿਸ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਇਆ ਨਹੀਂ ਗਿਆ। ਇਸ ਨੂੰ ਜਿਵੇਂ ਅਸੀਂ ਕਹਿੰਦੇ ਨਾ ਕਿ ਕਿਸੇ ਚੀਜ਼ ਨੂੰ ਅਸੀਂ ਕਾਰਪੇਟ ਦੇ ਥੱਲੇ ਬਰੀ ਕਰਦੇ, ਅਸੀਂ ਦੱਬ ਦਿੰਦੇ, ਅਸੀਂ ਗੱਲ ਨਹੀਂ ਕਰਨਾ ਚਾਹੁੰਦੇ। ਸੋ ਇਹ ਅਪਰੋਚ ਰੱਖੀ ਹੈ ਸਰਕਾਰਾਂ ਨੇ ਹੁਣ ਤੱਕ ਦੀ। ਲੇਕਿਨ ਇਹ ਜਿਹੜੀ ਘਟਨਾ ਹੈ ਹੁਣ ਰੀਸੈਂਟਲੀ ਕੈਮਲੂਪਸ ਦੇ ਵਿੱਚ, ਜੋ ਇਹ ਇੱਕ ਕਿਉਂਕਿ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਜਿਹੜੀ ਹਿਸਟਰੀ ਹੈ ਤਕਰੀਬਨ 18ਵੀਂ ਸਦੀ ਦੇ ਅੱਧ ਤੋਂ ਇਸ ਦੀ ਹਿਸਟਰੀ ਉੱਥੋਂ ਸ਼ੁਰੂ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੇ ਇਹਦੇ ਵਿੱਚ ਉਹਨਾਂ ਦੀ ਸੋਚ ਤੇ ਆਧਾਰਿਤ ਇਹ ਕੰਮ ਹੋਇਆ, ਜਿਹਦੇ ਵਿੱਚ ਇੱਕ ਗੱਲ ਬੜੀ ਅਹਿਮ ਹੈ ਕਿ ਕੈਨੇਡੀਅਨ ਸਰਕਾਰ ਵੱਲੋਂ ਇਸ ਦੀ ਫੰਡਿੰਗ ਦਿੱਤੀ ਗਈ, ਲੇਕਿਨ ਇਹ ਜਿਹੜਾ ਅਰੇਂਜਮੈਂਟ ਸੀ ਇਹ ਚਰਚ ਵੱਲੋਂ ਕੀਤਾ ਗਿਆ। ਸੋ ਚਰਚ ਦੇ ਜਿਹੜੇ ਲੋਕ ਨੇ, ਜਿਹੜੇ ਕ੍ਰਿਸਚਨ ਜਿਹੜਾ ਸਮੁਦਾਇ ਹੈ ਜਾਂ ਉਹਨਾਂ ਦੇ ਜਿਹੜੇ ਉੱਚ ਕੋਟੀ ਦੇ ਜਿਹੜੇ ਲੋਕ ਨੇ, ਉਹਨਾਂ ਤੇ ਇਸ ਵੇਲੇ ਜਿਹੜਾ ਬੜਾ ਦਬਾਅ ਹੈ।
ਖਾਸ ਕਰਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਨੇ, ਜਿਹੜੇ ਪੋਪ ਨੇ, ਉਹਨਾਂ ਨੂੰ ਕਿਹਾ ਕਿ ਉਹ ਇਸ ਦੇ ਬਾਬਤ ਬਿਆਨ ਦੇਣ, ਮਾਫੀ ਮੰਗਣ। ਉਹਨਾਂ ਨੇ ਬਿਆਨ ਦਿੱਤਾ ਹੈ ਲੇਕਿਨ ਮਾਫੀ ਨਹੀਂ ਮੰਗੀ। ਉਹਨਾਂ ਨੇ ਦੁੱਖ ਜ਼ਾਹਰ ਜ਼ਰੂਰ ਕੀਤਾ ਵਾ, ਬਿਲਕੁਲ ਮਾਫੀ ਨਹੀਂ ਮੰਗੀ ਉਹਨਾਂ ਨੇ, ਲੇਕਿਨ ਉਹਨਾਂ ਨੇ ਅਪੋਲੋਜੀ ਕੋਈ ਨਹੀਂ ਕੀਤੀ। ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਕਿ ਕਿਸ ਤਰ੍ਹਾਂ। ਲੇਕਿਨ ਬਿਨਾਂ ਸ਼ੱਕ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ, ਅਸੀਂ ਖਾਸ ਕਰਕੇ ਪੰਜਾਬੀ ਹੋਣ ਦੇ ਜਾਂ ਇੰਡੀਅਨ ਜਾਂ ਸਿੱਖ ਹੋਣ ਦੇ ਨਾਤੇ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਜਿਹੜਾ ਕਾਮਾਗਾਟਾ ਮਾਰੂ ਦੀ ਇੱਕ ਘਟਨਾ ਹੋਈ ਸੀ, ਔਰ ਉਹ ਅਜੇ ਤੱਕ ਇੱਕ ਹਿਸਟਰੀ ਦਾ ਪਾਰਟ ਹੈ। ਉਸ ਦੇ ਬਾਰੇ ਕੈਨੇਡਾ ਦੇ ਵੱਖ-ਵੱਖ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਮਾਫੀ ਮੰਗ ਚੁੱਕੇ ਨੇ। ਲੇਕਿਨ ਇਹ ਜਿਹੜੀ ਰੈਜ਼ੀਡੈਂਸ਼ੀਅਲ ਸਕੂਲ ਦੀ ਸਮੱਸਿਆ ਹੈ, ਤੁਸੀਂ ਇਹ ਦੇਖੋ ਕਿ ਕਿੰਨੀ ਇਸ ਦੀ ਮਤਲਬ ਇਹ ਕਿੰਨੀ ਮਾੜੀ ਗੱਲ ਹੋਵੇਗੀ ਕਿ ਕੈਨੇਡਾ ਦੇ ਨੇਟਿਵ ਅਸਲੀ ਵਸਿੰਦੇ ਨੇ ਉਹ, ਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਹੈ ਔਰ ਸਾਲਾਂ ਬੱਧੀ ਕੀਤਾ ਗਿਆ, ਮਿੱਥ ਕੇ ਕੀਤਾ ਗਿਆ ਜੀ। ਹੁਣ ਭਾਜੀ ਆਪਾਂ ਅਗਲੇ ਮੁੱਦੇ ਵੱਲ ਚੱਲਦੇ ਹਾਂ ਜੀ। ਹਾਂਜੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਜਸਟਿਨ ਟਰੂਡੋ, ਪੈਂਡੈਮਿਕ ਤੋਂ ਬਾਅਦ ਪਹਿਲੀ ਵਾਰੀ ਜੀ ਵਿਦੇਸ਼ੀ ਯਾਤਰਾ ਲਈ ਜਾ ਰਹੇ ਨੇ। G7 ਦੀ ਸਮਿਟ ਆ, ਇੰਗਲੈਂਡ ਦੇ ਵਿੱਚ ਹੋਣ ਜਾ ਰਹੀ ਆ, 3 ਰੋਜ਼ਾ ਸਮਿਟ ਆ। ਕੀ ਲੱਗਦਾ ਵੀ ਕੀ ਇਹਦੇ ਵਿੱਚ ਏਜੰਡੇ ਹੋ ਸਕਦੇ ਨੇ ਔਰ ਕੀ ਆਊਟਪੁੱਟ ਹੋ ਸਕਦੀ ਹੈ ਜੀ? ਦੇਖੋ ਜੀ, G7 ਜਿਹੜੇ ਨੇ, ਇਹ ਇੱਕ ਤਾਂ ਇਹ ਦੱਸਦੇ ਆ ਕਿ ਉਹਨਾਂ ਮੁਲਕਾਂ ਦਾ ਇੱਕ ਗਰੁੱਪ ਹੈ ਜਿਹੜੇ 7 ਡੈਮੋਕ੍ਰੈਟਿਕ ਕੰਟਰੀ ਨੇ, ਤੇ ਇਹਨਾਂ ਨੂੰ ਜੀ ਸ਼ਾਇਦ ਗ੍ਰੇਟ ਤੋਂ ਉਹਨਾਂ ਨੇ ਲਫ਼ਜ਼ ਲਿਆ ਸੀ। ਡਿਵੈਲਪਡ ਕੰਟਰੀ ਨੇ, ਫੁੱਲੀ ਡਿਵੈਲਪਡ ਕੰਟਰੀ ਨੇ। ਇਹ ਨਹੀਂ ਕਿ ਸਾਰੇ ਨੇ, ਜਿਹਨਾਂ 7 ਦੇ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਇਟਲੀ, ਫਰਾਂਸ, ਜਾਪਾਨ, ਇਹ ਮੁਲਕ ਇਹਨਾਂ ਦੇ ਵਿੱਚ ਆਉਂਦੇ ਨੇ। ਇੱਕ ਮੈਂ ਥੋੜੀ ਜਿਹੀ ਹਿਸਟਰੀ ਦੱਸ ਦਿਆਂ ਕਿ ਰੀਸੈਂਟਲੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਜਿਹੜੇ ਨੇ, ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ, ਉਹਨਾਂ ਵੱਲੋਂ ਇੱਕ ਕਿਸਮ ਦਾ ਇੱਕ ਪ੍ਰਪੋਜ਼ਲ ਲਿਆਂਦੀ ਗਈ ਹੈ ਕਿ G7 ਨੂੰ ਚੇਂਜ ਕਰਕੇ ਸ਼ਾਇਦ ਉਹ D10 ਬਣਾਉਣਾ ਚਾਹੁੰਦੇ ਨੇ। G ਤੋਂ D ਜਿਹੜਾ, ਕਿਉਂਕਿ ਡੈਮੋਕ੍ਰੈਟਿਕ ਕੰਟਰੀਆਂ ਦਾ ਗਰੁੱਪ ਹੈ, ਤੇ ਉਹਦੇ ਵਿੱਚ ਉਹ ਵਾਧਾ ਕਰਨਾ ਚਾਹੁੰਦੇ ਨੇ, ਜਿਹਦੇ ਵਿੱਚ ਇੰਡੀਆ, ਆਸਟ੍ਰੇਲੀਆ ਤੇ ਸਾਊਥ ਕੋਰੀਆ ਨੂੰ ਲਿਆਉਣਾ ਚਾਹੁੰਦੇ ਨੇ। ਸੋ ਇਸ ਦਾ ਜਿਹੜਾ ਕਾਰਨ ਹੈ, ਹੁਣ ਅਸੀਂ ਇਸ ਪਾਸੇ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਮੁੱਦੇ ਵਿਚਾਰੇ ਜਾਣੇ ਨੇ। ਪਹਿਲਾਂ ਤਾਂ ਮੈਂ ਦੱਸਦਾ ਕਿ 3 ਸੀਆਂ ਨੇ। ਸੀ ਲੈਟਰ ਜਿਹੜਾ ਹੈ, ਇੱਕ ਤੇ ਕੋਵਿਡ ਦੀ ਗੱਲ ਵਿਚਾਰੀ ਜਾਣੀ ਹੈ, ਕਲਾਈਮੇਟ ਦੀ ਗੱਲ ਵਿਚਾਰੀ ਜਾਣੀ ਹੈ, ਤੇ ਇਹਨਾਂ ਗੱਲਾਂ ਨੂੰ ਪਹਿਲੇ ਨੰਬਰ ਤੇ ਰੱਖਿਆ। ਲੇਕਿਨ ਤੀਜੇ ਨੰਬਰ ਦਿੱਤਾ ਹੈ ਚਾਈਨਾ, ਉਹ ਸੀ ਚਾਈਨਾ ਵਾਲੀ ਹੈ। ਲੇਕਿਨ ਮੈਨੂੰ ਇੰਝ ਲੱਗਦਾ ਹੈ ਕਿ ਜਿਹੜਾ ਬਹੁਤਾ ਜ਼ਿਆਦਾ ਵਿਚਾਰ ਵਟਾਂਦਰਾ ਹੈ, ਉਹ ਜਿਹੜੀ ਤੀਜੀ ਸੀ ਹੈ, ਚਾਈਨਾ ਤੇ ਹੋਣਾ ਹੈ। ਕਿਉਂਕਿ ਇਹ ਜਿਹੜੇ ਮੁਲਕ ਨੇ, ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ G7 ਤੋਂ D10 ਬਣਾਉਣ ਦੀ ਗੱਲ ਕੀਤੀ ਗਈ ਹੈ, ਉਹਦੇ ਵਿੱਚ ਜਿਹੜੇ 3 ਕੰਟਰੀਆਂ ਨੂੰ ਜੋੜਨ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਭਾਰਤ, ਆਸਟ੍ਰੇਲੀਆ ਤੇ ਸਾਊਥ ਕੋਰੀਆ, ਇਹ ਉਹ 3 ਕੰਟਰੀ ਨੇ ਜਿਹੜੇ ਆਲਰੇਡੀ ਜਿਨ੍ਹਾਂ ਦੇ ਨਾਲ ਚਾਈਨਾ ਦੀ ਪ੍ਰੋਬਲਮ ਇਸ ਵੇਲੇ ਕਾਫੀ ਸਾਰੀ ਚੱਲ ਰਹੀ ਹੈ। ਆਸਟ੍ਰੇਲੀਆ, ਹਾਂਜੀ, ਕੌਨਫਲਿਕਟ ਚੱਲ ਰਹੇ ਨੇ। ਸੋ ਪਹਿਲੀ ਤਾਂ ਗੱਲ ਇਹ ਹੈ ਕਿ ਇੱਥੋਂ ਜ਼ਾਹਰ ਹੁੰਦਾ ਹੈ ਕਿ ਇਸ G7 ਜਿਹੜੇ ਕੰਟਰੀ ਨੇ, ਉਹਨਾਂ ਦੀ ਜਿਹੜੀ ਇਕੱਤਰਤਾ ਇਸ ਵੇਲੇ ਆ, ਉਸ ਦਾ ਮੁੱਖ ਵਿਸ਼ਾ ਜਿਹੜਾ ਉਹ ਚਾਈਨਾ ਹੋਵੇਗਾ। ਦੂਜਾ, ਮੈਂ ਇੱਕ ਆਪ ਦਾ ਧਿਆਨ ਜਿਹੜਾ ਆਪਣੇ ਵੇਖਣ ਵਾਲਿਆਂ ਦਾ ਦੋਣਾ ਚਾਹੁੰਦਾ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦਾ ਇੱਕ ਬਿਆਨ ਆਇਆ ਸੀ। ਉਹਨਾਂ ਨੇ ਲਫ਼ਜ਼ ਬੜਾ ਇੰਟਰਸਟਿੰਗ ਯੂਜ਼ ਕੀਤਾ ਹੈ ਜੀ। ਉਹ ਕਹਿੰਦੇ ਨੇ ਕਿ ਮੈਂ ਚਾਈਨਾ ਨੂੰ ਕਨਫਰੰਟ ਕਰਨਾ ਹੈ, ਤੇ ਕਨਫਰੰਟ ਜਿਹੜਾ ਵਰਡ ਹੈ, ਉਹਦੀ ਅਸੀਂ ਅਗਰ ਸਿੱਧੀ ਪੰਜਾਬੀ ਦਾ ਲਫ਼ਜ਼ ਲੱਭੀਏ ਤੇ ਟਕਰਾਓ ਹੈ ਜੀ। ਸੋ ਕਹਿੰਦੇ ਕਿ ਮੈਂ ਚਾਈਨਾ ਦੇ ਨਾਲ ਟਕਰਾਓ ਕਰਨਾ ਹੈ, ਤੇ ਜਸਟਿਨ ਟਰੂਡੋ ਨੂੰ ਉਹਨਾਂ ਨੇ ਕੁਐਸਚਨ ਕੀਤਾ ਕਿ ਤੁਸੀਂ ਮੇਰੇ ਨਾਲ ਸ਼ਾਮਿਲ ਹੋ ਕੇ ਨਹੀਂ। ਸੋ ਇਹਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਕੈਨੇਡਾ ਜਿਹੜਾ ਹੈ, ਉਹ ਪਹਿਲਾਂ ਹੀ ਚਾਈਨਾ ਦੇ ਨਾਲ ਸੰਬੰਧ ਕੋਈ ਬਹੁਤ ਚੰਗੇ ਨਹੀਂ। ਅਮਰੀਕਾ ਦੇ ਕਹਿਣ ਕਰਕੇ ਉੱਥੇ ਦੀ ਇੱਕ ਬਹੁਤ ਵੱਡੀ ਕੰਪਨੀ ਹੁਆਵੇ, ਜਿਹੜੀ ਚੀਫ ਐਗਜ਼ੀਕਿਊਟਿਵ ਹੈ, ਉਹ ਕੈਨੇਡਾ ਦੇ ਵਿੱਚ ਹਾਊਸ ਅਰੈਸਟ ਉਸ ਨੂੰ ਕੀਤਾ ਗਿਆ ਹੈ, ਕਿਉਂਕਿ ਅਮਰੀਕਾ ਦੇ ਕਹਿਣ ਤੇ ਕਿ ਉਹਨਾਂ ਨੇ ਉਹਨਾਂ ਨੂੰ ਲੋੜ ਸੀ ਉਹਨਾਂ ਦੀ, ਤੇ ਜਿਸ ਕਰਕੇ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆ। ਤੇ ਉਸੇ ਦੇ ਪ੍ਰਤੀਕਰਮ ਵਜੋਂ ਚਾਈਨਾ ਦੇ ਵਿੱਚ 2 ਕੈਨੇਡੀਅਨ ਅਜੇ ਤੱਕ ਜੇਲ੍ਹ ਦੇ ਵਿੱਚ ਨੇ, ਜਿਨ੍ਹਾਂ ਦੀ ਸੁਣਵਾਈ ਵੀ ਹੋਈ ਹੈ, ਲੇਕਿਨ ਸੁਣਵਾਈ ਜਿਹੜੀ ਹੈ ਬੰਦ ਕਮਰੇ 'ਚ ਹੋਈ ਹੈ। ਸੋ ਇਹ ਕਨਫਲਿਕਟ ਆਲਰੇਡੀ ਕੈਨੇਡਾ ਦਾ ਚਾਈਨਾ ਦੇ ਨਾਲ ਚੱਲ ਰਿਹਾ। ਸੋ ਕੁੱਲ ਮਿਲਾ ਕੇ ਮੈਂ ਇਹ ਕਹਾਂਗਾ ਕਿ ਜਿਹੜੀ ਇਹ G7 ਦੀ ਇਕੱਤਰਤਾ ਹੈ, ਇਹਦੇ ਵਿੱਚ ਟਰੂਡੋ ਸਾਹਿਬ ਲਈ ਇੱਕ ਬੜਾ ਵੱਡਾ ਚੈਲੰਜ ਹੈ, ਉਹਨਾਂ ਦਾ ਇਮਤਿਹਾਨ ਹੈ ਕਿ ਉਹ ਕਿਸ ਹੱਦ ਤੱਕ ਜਿਹੜਾ ਤੀਜਾ ਸੀ ਹੈ ਚਾਈਨਾ ਦੇ ਸੰਬੰਧ ਦੇ ਵਿੱਚ, ਉਹ ਕਿੱਥੇ ਤੱਕ ਜਾਂਦੇ ਨੇ।
ਕੌਨਫਲਿਕਟ ਵੱਧਦਾ ਹੈ ਜਾਂ ਘਟਦਾ ਹੈ, ਜਾਂ ਡਿਪਲੋਮੇਸੀ ਕਿੱਦਾਂ ਦੀ ਹੁੰਦੀ ਹੈ। ਸੋ ਇੱਕ ਇੰਟਰਸਟਿੰਗ ਜਿਹੜਾ ਹੈ ਇਹ ਉਹਨਾਂ ਦਾ ਦੌਰਾ ਹੈ, ਦੇਖਦੇ ਹਾਂ ਕੀ ਹੁੰਦਾ ਹੈ ਜੀ। ਮੈਨੂੰ ਲੱਗਦਾ ਜੀ ਵੈਕਸੀਨ ਨੂੰ ਵੀ ਲੈ ਕੇ ਕਾਫੀ ਅਹਿਮ ਗੱਲਬਾਤ ਹੋਣੀ ਆ, ਕਿਉਂਕਿ ਜਿਹੜੇ G7 ਕੰਟਰੀਜ਼ ਨੇ ਇਹਨਾਂ ਵੱਲੋਂ ਇੱਕ ਐਫਰਟ ਕੀਤਾ ਜਾ ਰਿਹਾ ਕਿ ਜਿਹੜੇ ਹੈਵ ਨੋਟਸ ਕੰਟਰੀ ਨੇ, ਪੂਅਰ ਕੰਟਰੀ ਨੇ, ਡਿਵੈਲਪਿੰਗ ਨੇ, ਅੰਡਰ ਡਿਵੈਲਪਿੰਗ ਕੰਟਰੀਜ਼ ਨੇ, ਉਹਨਾਂ ਨੂੰ ਜਿਹੜੀ ਵੈਕਸੀਨ ਆ ਸਾਡੇ ਕੋਲ ਵਾਧੂ ਆ, ਉਹ ਉਹਨਾਂ ਨੂੰ ਡੋਨੇਟ ਕੀਤੀ ਜਾ ਸਕੇ, ਤਾਂ ਕਿ ਜਿਹੜਾ ਕੋਵਿਡ ਮਹਾਮਾਰੀ ਆ ਇਹਨੂੰ ਅਸੀਂ ਜਲਦੀ ਤੋਂ ਜਲਦੀ ਜਿਹੜੀ ਆ ਇਹਦੇ ਉੱਪਰ ਨੱਥ ਪਾ ਸਕੀਏ ਜੀ। ਬਿਲਕੁਲ ਜੀ, ਬਿਲਕੁਲ ਜੀ। ਮੈਂ ਐਕਚੁਅਲੀ ਚਾਈਨਾ ਤੇ ਜ਼ਿਆਦਾ ਫੋਕਸ ਕਰਨ ਦੇ ਮੱਦੇਨਜ਼ਰ ਇਸ ਦੇ ਬਾਰੇ ਥੋੜਾ ਜਿਹਾ, ਕਿਉਂਕਿ ਜਿਹੜੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਆਲਰੇਡੀ ਇਹ ਕਿਹਾ ਕਿ ਤਕਰੀਬਨ $1 ਬਿਲੀਅਨ ਦੇ ਇਕੁਇਲੈਂਟ ਅਸੀਂ ਜਿਹੜੀ ਵੈਕਸੀਨ ਹੈ ਜਿਹੜੇ ਲੋੜਵੰਦ ਮੁਲਕ ਨੇ ਅਸੀਂ ਉਹਨਾਂ ਨੂੰ, ਮਤਲਬ ਕਿ ਉਹਨਾਂ ਨੇ ਤਕਰੀਬਨ ਇਹ ਡਾਲਰ ਫਿਗਰ ਦਿੱਤੀ ਹੈ 1 ਬਿਲੀਅਨ। ਉਹਦੇ ਵਿੱਚ ਕੈਨੇਡਾ ਦੀ ਕਿੰਨੀ ਕੰਟਰੀਬਿਊਸ਼ਨ ਹੁੰਦੀ ਹੈ, ਇੰਗਲੈਂਡ, US ਜਾਂ ਹੋਰ ਕਿਸੇ ਕੰਟਰੀ ਦੀ ਕਿੰਨੀ ਕੰਟਰੀਬਿਊਸ਼ਨ ਹੁੰਦੀ ਹੈ, ਲੇਕਿਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਦੇ ਵਿੱਚ, ਇਸ ਮੀਟਿੰਗ ਦੇ ਵਿੱਚ ਇਹਦੀ ਚਰਚਾ ਵੀ ਜ਼ਰੂਰ ਹੋਵੇਗੀ। ਬਿਲਕੁਲ ਜੀ, ਅਮੀਰ ਮੁਲਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਗਰੀਬ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਨਾਲ ਲੈ ਕੇ ਚਲਾ ਜਾਵੇ, ਔਰ ਜਿਹੜੀ ਇਹ ਪੈਂਡੈਮਿਕ ਆ ਇਹ ਤੋਂ ਰਾਹਤ ਜਿਹੜੀ ਆ, ਨਿਜਾਤ ਜਿਹੜੀ ਆ ਦਵਾਈ ਜਾਵੇ। ਭਾਜੀ ਕੁਝ ਹੋਰ ਮੁੱਦੇ ਨੇ, ਬ੍ਰੇਕ ਲੈ ਲੈਂਦੇ ਆ, ਔਰ ਬ੍ਰੇਕ ਤੋਂ ਬਾਅਦ ਕੁਝ ਇੰਟਰਨੈਸ਼ਨਲ ਨਿਊਜ਼ ਨੇ ਉਹਨਾਂ ਉੱਪਰ ਵੀ ਗੱਲਬਾਤ ਕਰਦੇ ਹਾਂ। ਠੀਕ ਹੈ ਜੀ। ਪ੍ਰੋਗਰਾਮ ਐਡਮਿੰਟਰੀ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ, ਔਰ ਸਾਡੀ ਗੱਲਬਾਤ ਚੱਲ ਰਹੀ ਹੈ ਸਰਦਾਰ ਗੁਰਿੰਦਰ ਸਿੰਘ ਜੀ ਦੇ ਨਾਲ। ਭਾਜੀ ਦੁਬਾਰਾ ਜੀ ਆਇਆਂ ਨੂੰ ਜੀ। ਭਾਜੀ ਜਿਹੜਾ ਅਗਲਾ ਮੁੱਦਾ ਵਾ, ਅਲਬਰਟਾ ਦੀ ਸਿਆਸਤ ਦੇ ਵਿੱਚ ਉਹ ਬੜਾ ਭਖ ਚੁੱਕਿਆ। ਐਂਗਸ ਰੀਡ ਨਾਂ ਦੀ ਇੱਕ ਇੰਸਟੀਚਿਊਸ਼ਨ ਹੈ ਜੀ, ਇਹਦੇ ਵੱਲੋਂ ਇੱਕ ਸਰਵੇ ਕੀਤਾ ਗਿਆ ਹੈ। ਜੂਨ 2 ਤੋਂ 7 ਦਰਮਿਆਨ ਇਹ ਸਰਵੇ ਕੀਤਾ ਗਿਆ ਹੈ। ਕੈਨੇਡਾ ਭਰ ਦੇ ਵਿੱਚੋਂ 5000 ਦੇ ਤਕਰੀਬਨ ਸੈਂਪਲ ਲਿਆ ਗਿਆ ਲੋਕਾਂ ਦਾ, ਔਰ ਅਲਬਰਟਾ ਦੇ ਵਿੱਚੋਂ 600 ਲੋਕਾਂ ਨੇ ਪਾਰਟਿਸਿਪੇਟ ਕੀਤਾ। ਔਰ ਇਹਦੇ ਵਿੱਚ ਜਿੰਨੇ ਵੀ ਕੈਨੇਡਾ ਦੇ ਪ੍ਰੀਮੀਅਰ ਨੇ ਉਹਨਾਂ ਦੀ ਰੇਟਿੰਗ ਕੀਤੀ ਗਈ ਆ ਵੀ ਇਹਨਾਂ ਦੀ ਅਪਰੂਵਲ ਪਰਸੈਂਟੇਜ ਕੀ ਆ। ਜਿਹੜੇ ਅਲਬਰਟਾ ਦੇ ਪ੍ਰੀਮੀਅਰ ਨੇ ਜੀ, ਜੇਸਨ ਕੇਨੀ, ਉਹਨਾਂ ਦੀ ਜਿਹੜੀ ਅਪਰੂਵਲ ਰੇਟ ਆ ਸਭ ਤੋਂ ਘੱਟ ਆ, ਲਗਾਤਾਰ ਘਟ ਰਹੀ ਆ ਜੀ, 31% ਤੇ ਆ ਗਈ ਆ। ਕੀ ਲੱਗਦਾ ਕੀ ਕਾਰਨ ਹੋ ਸਕਦੇ ਨੇ ਜੀ? ਗੱਲ ਇਹ ਜੀ ਕਿ ਜੇਸਨ ਕੈਨੀ ਜਿਹੜੇ ਨੇ, ਸਾਡੇ ਵੇਖਣ ਵਾਲੇ ਜਾਣਦੇ ਨੇ ਕਿ ਫੈਡਰਲ ਦੇ ਵਿੱਚ ਵੀ ਕਾਫੀ ਸਮਾਂ ਲਗਾ ਕੇ ਆਏ ਨੇ, ਔਰ ਜਿਹੜੇ ਖਾਸ ਕਰਕੇ ਜਿਹੜੇ ਪੋਲੀਟਿਕਸ ਦੇ ਨਾਲ ਜਾਣਕਾਰੀ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਕਿਸੇ ਵੇਲੇ ਜੇਸਨ ਕੈਨੀ ਦੀ ਕੋਸ਼ਿਸ਼ ਸੀ ਕਿ ਉਹ ਫੈਡਰਲ ਲੈਵਲ ਤੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਆ ਉਹਦੀ ਚੋਣ ਵੀ ਲੜਨ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਅੱਖ ਕਿਸੇ ਵੇਲੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਵੀ ਸੀ, ਹੁਣ ਵੀ ਹੋ ਸਕਦੀ ਹੈ, ਹੁਣ ਵੀ ਹੋ ਸਕਦੀ ਹੈ। ਲੇਕਿਨ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਅਪਰੂਵਲ ਰੇਟਿੰਗ ਦੀ, ਇਹ ਠੀਕ ਹੈ ਕਿ ਐਂਗਸ ਰੀਡ ਨੇ ਸਰਵੇ ਕੀਤਾ ਹੈ, ਔਰ ਬੜੀ ਨਾਮਵਰ ਕੰਪਨੀ ਹੈ, ਉਹਨਾਂ ਦੇ ਸਰਵੇ ਜਿਹੜੇ ਨੇ ਉਹਨਾਂ ਦੀ ਕਾਫੀ ਵੈਲਿਊ, ਮਹੱਤਤਾ ਮੰਨੀ ਜਾਂਦੀ ਹੈ। ਸਾਰੇ ਜਿਹੜੇ ਪ੍ਰੀਮੀਅਰ ਨੇ ਉਹਨਾਂ ਵਿੱਚੋਂ ਸਭ ਤੋਂ ਘੱਟ ਰੇਟਿੰਗ ਜੇਸਨ ਕੈਨੀ ਹੋਣਾ ਦੀ ਹੈ। ਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਇਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਹੈਰਾਨਗੀ ਸ਼ਾਇਦ ਨਾ ਹੋਈ ਹੋਵੇ, ਮੈਨੂੰ ਤੇ ਘੱਟੋ ਘੱਟ ਨਹੀਂ, ਕਿਉਂਕਿ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਜੇਸਨ ਕੈਨੀ ਹੋਣਾ ਦੀ ਇਸ ਟਰਮ ਦੇ ਵਿੱਚ ਰਹੀ ਹੈ, ਵਿਵਾਦਾਂ ਦੇ ਵਿੱਚ ਵੀ ਘਿਰੇ ਰਹੇ ਨੇ, ਡਿਸਾਈਸਿਵ ਫੈਸਲੇ ਵੀ ਨਹੀਂ ਲਏ। ਕੋਵਿਡ ਦੇ ਪ੍ਰਤੀ ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਦਾ ਜਿਹੜਾ ਰਵੱਈਆ ਸੀ ਉਹ ਵੀ ਕੋਈ ਬਹੁਤ ਚੰਗਾ ਨਹੀਂ ਸੀ, ਡਿਨਾਈ ਕਰਨ ਵਾਲਾ ਸੀ। ਲੇਕਿਨ ਇਸ ਤੋਂ ਉਪਰੰਤ ਜਿਵੇਂ ਜਿਵੇਂ ਕੋਵਿਡ ਦੀਆਂ ਰਿਸਟ੍ਰਿਕਸ਼ਨਾਂ ਲੱਗੀਆਂ, ਅਸੀਂ ਸਾਰੇ ਜਾਣਦੇ ਹਾਂ ਕਿ ਇਹਨਾਂ ਦੀ ਪਾਰਟੀ ਦੇ ਕੁਝ MLA ਤੇ ਮਿਨਿਸਟਰ ਉਹਨਾਂ ਨੇ ਖੁਦ ਰੂਲ ਤੋੜੇ, ਉਹ ਮੁਲਕ ਨੂੰ ਛੱਡ ਕੇ ਬਾਹਰ ਗਏ, ਔਰ ਕਿਸੇ ਰੀਜ਼ਨ ਕਰਕੇ ਨਹੀਂ, ਸਿਰਫ ਘੁੰਮਣ ਫਿਰਨ ਲਈ ਬਾਹਰ ਗਏ, ਛੁੱਟੀਆਂ ਬਿਤਾਉਣ ਬਾਹਰ ਗਏ। ਔਰ ਉਸ ਵੇਲੇ ਵੀ ਇਹਨਾਂ ਨੇ ਕੋਈ ਉਹਨਾਂ ਤੇ ਐਕਸ਼ਨ ਜਿਸ ਤਰ੍ਹਾਂ ਲੈਣਾ ਬਣਦਾ ਸੀ ਉਹ ਐਕਸ਼ਨ ਨਹੀਂ ਲਿਆ। ਰੀਸੈਂਟਲੀ ਸਾਨੂੰ ਪਤਾ ਹੈ ਕਿ ਐਡਮਿੰਟਨ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਵੀ ਆਪ ਖੁਦ ਬੈਠੇ ਸਨ, ਮੇਰਾ ਖਿਆਲ 1 ਜੂਨ ਦੀ ਗੱਲ ਹੈ, ਔਰ ਪਹਿਲਾਂ ਉਹਨਾਂ ਨੇ ਉਸ ਨੂੰ ਇੱਕ ਕਿਸਮ ਦਾ, ਜਿਹਨੂੰ ਅਸੀਂ ਕਹਿੰਦੇ ਕਿ ਕਾਰਪੈਟ ਦੇ ਥੱਲੇ ਬਰੀ ਕਰਨ ਦੀ ਗੱਲ ਕੀਤੀ, ਉਸ ਨੂੰ ਇੱਧਰ ਉੱਧਰ ਕਰਨ ਦੀ ਗੱਲ ਕੀਤੀ। ਲੇਕਿਨ ਜਦੋਂ ਉਹਨਾਂ ਦੇ ਆਪਣੇ ਹੀ ਪਾਰਟੀ ਦੇ 2 MLA ਨੇ ਚੈਲੰਜ ਕੀਤਾ ਤੇ ਹਾਰ ਕੇ ਉਹਨਾਂ ਨੂੰ ਫਿਰ ਮਾਫੀ ਮੰਗਣੀ ਪਈ। ਸੋ ਕੁੱਲ ਮਿਲਾ ਕੇ ਇਹ ਤਾਂ, ਅਗਰ ਅਸੀਂ ਇਹ ਗੱਲ ਕਰੀਏ ਕਿ ਉਹਨਾਂ ਨੇ ਕਿਸ ਤਰ੍ਹਾਂ ਦੇ ਫੈਸਲੇ ਲਏ ਨੇ, ਇੱਕ ਜਨਰਲ ਜਿਹੜੀ ਗੱਲ ਹੈ, ਅਸੀਂ ਕੋਵਿਡ ਦੀ ਗੱਲ ਕਰਦੇ ਹਾਂ। ਇਸ ਤੋਂ ਇਲਾਵਾ ਅਗਰ ਅਸੀਂ ਹੋਰ ਜਿਹੜੇ ਖਾਸ ਕਰਕੇ ਆਇਲ ਐਂਡ ਗੈਸ ਅਲਬਰਟਾ ਦੀ ਬੈਕਬੋਨ ਰਹੀ ਹੈ, ਉਸ ਤੇ ਜਿਹੜੇ ਉਹਨਾਂ ਦੇ ਡਿਸੀਜ਼ਨ ਨੇ ਉਹਨਾਂ ਤੇ ਬੜਾ ਕਿੰਤੂ ਪ੍ਰੰਤੂ ਹੋਇਆ ਹੈ।
ਰੀਸੈਂਟਲੀ KXL ਦਾ ਇੱਕ ਪ੍ਰੋਜੈਕਟ ਜਿਹੜਾ ਹੈ ਜਿਹੜਾ ਕਿ ਇੱਕ ਲੰਬੇ ਸਮੇਂ ਤੋਂ ਉਸ ਦੀ ਇੱਕ ਹਿਸਟਰੀ ਹੈ, ਔਰ ਉਸ ਤੋਂ ਹੁਣ KXL ਕੰਪਨੀ ਨੇ ਜਿਹੜੀ ਟਰਾਂਸ ਕੈਨੇਡਾ ਹੈ ਉਹਨਾਂ ਨੇ ਤੇ ਅਲਬਰਟਾ ਗਵਰਨਮੈਂਟ ਦਾ ਵਿੱਚ ਸ਼ੇਅਰ ਸੀ, ਇਹਨਾਂ ਨੇ ਕਿਹਾ ਕਿ ਹੁਣ ਅਸੀਂ ਫਿਲਹਾਲ ਇਹਨੂੰ ਰੋਕ ਦਿੱਤਾ ਹੈ। ਇਸ ਫੈਸਲੇ ਤੇ ਬੜਾ ਕਿੰਤੂ ਪ੍ਰੰਤੂ ਹੋਣਾ ਹੈ। ਸੋ ਬਿਲਕੁਲ ਜੀ, ਜਿਹੜੀ ਆਪੋਜੀਸ਼ਨ ਪਾਰਟੀ ਦੇ ਲੀਡਰ ਨੇ ਰੇਚਲ ਨੋਟਲੀ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪ੍ਰੋਜੈਕਟ ਆ, ਅਗਰ ਇਹ ਨਕਾਰਾ ਹੋ ਚੁੱਕਿਆ ਵਾ ਤੇ ਇਹਨਾਂ ਦੀ ਜਿਹੜੀ ਗਵਰਨਮੈਂਟ ਦੀ ਨਾਕਾਮਯਾਬੀ ਆ ਉਹ ਜ਼ਾਹਿਰ ਹੁੰਦੀ ਆ, ਤੇ ਅਸੀਂ ਇਹਨਾਂ ਕੋਲੋਂ 1.5 ਬਿਲੀਅਨ ਡਾਲਰ ਜਿਹੜਾ ਕਿ ਅਲਬਰਟਾ ਦੇ ਟੈਕਸ ਪੇਅਰਸ ਦਾ ਖਰਚ ਹੋਇਆ ਉਹਦਾ ਹਿਸਾਬ ਵੀ ਮੰਗਾਂਗੇ। ਦੇਖੋ ਜੀ, ਜਿਹੜੀ ਇਹ 1.5 ਬਿਲੀਅਨ ਡਾਲਰ ਦੀ ਗੱਲ ਹੈ, ਵੈਸੇ ਮੈਂ ਉਦਾਹਰਨ ਥੋੜੀ ਜਿਹੀ ਦੇਣੀ ਚਾਹੁੰਦਾ ਕਿ ਚਲੋ ਹੋ ਸਕਦਾ ਕੁਝ ਸੁਣਨ ਵਾਲੇ ਇਸ ਜਿਹੜੀ ਜੋ ਮੇਰਾ ਵਿਚਾਰ ਇਸ ਦੇ ਨਾਲ ਰਾਏ ਨਾ ਰੱਖਦੇ ਹੋਣ, ਲੇਕਿਨ ਸ਼ਾਇਦ ਸਾਡੇ ਸਰੋਤਿਆਂ ਨੂੰ ਜਾਂ ਸੁਣਨ ਵਾਲਿਆਂ ਨੂੰ ਚੇਤਾ ਹੋਵੇਗਾ ਕਿ ਬਹੁਤ ਲੰਬਾ ਸਮਾਂ ਨਹੀਂ ਹੋਇਆ 1.5 ਬਿਲੀਅਨ ਡਾਲਰ ਇਸ ਪ੍ਰੋਜੈਕਟ ਲਈ ਜਿਹੜਾ ਹੈ ਉਹ ਜੇਸਨ ਕੈਨੀ ਹੋਣਾ ਨੇ ਸਿਰਫ ਪਿਛਲੇ ਨਵੰਬਰ ਦੇ ਵਿੱਚ ਹੀ ਉਹਨਾਂ ਨੂੰ ਤਕਰੀਬਨ ਸ਼ਾਇਦ ਨਵੰਬਰ ਜਾਂ ਅਕਤੂਬਰ ਦੇ ਵਿੱਚ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਸੀ ਔਰ ਇਹ ਪੈਸਾ ਉਸ ਕੰਪਨੀ ਨੂੰ ਦਿੱਤਾ। ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਅਗਰ ਪ੍ਰੋਜੈਕਟ ਬਣੇਗਾ ਤੇ ਅਸੀਂ ਹੋਰ ਵੀ ਜਿਹੜੇ ਲੋਨ ਤੁਹਾਨੂੰ ਚਾਹੀਦੇ ਹੋਣਗੇ ਉਹਨਾਂ ਦੀ ਗਰੰਟੀ ਵੀ ਦੇਵਾਂਗੇ। ਲੇਕਿਨ ਅਗਰ ਅਸੀਂ ਉਸ ਸਮੇਂ ਦੀ ਗੱਲ ਕਰਦੇ ਹਾਂ, ਇਹ ਉਹ ਸਮਾਂ ਸੀ ਜਦੋਂ ਅਜੇ US ਦੇ ਵਿੱਚ ਰਾਸ਼ਟਰਪਤੀ ਦੀ ਇਲੈਕਸ਼ਨ ਹੋਣੀ ਸੀ, ਔਰ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਹਵਾ ਇਲੈਕਸ਼ਨ ਦੀ ਕਿਸ ਪਾਸੇ ਨੂੰ ਸੀ। ਸੋ ਇਹ ਫੈਸਲਾ ਕੁਝ ਲੋਕ ਇਹਨੂੰ ਇਸ ਤਰ੍ਹਾਂ ਮੰਨਦੇ ਨੇ ਕਿ ਅਗਰ ਅਸੀਂ ਕੋਈ ਵਿਆਹ ਸ਼ਾਦੀ ਦੀ ਗੱਲ ਕਰੀਏ, ਕਿਸੇ ਮੁੰਡੇ ਦਾ ਕੁੜੀ ਦਾ ਰਿਸ਼ਤਾ ਹੋ ਰਿਹਾ ਹੈ, ਅਜੇ ਰਿਸ਼ਤਾ ਪੱਕਾ ਨਹੀਂ ਹੋਇਆ, ਅਜੇ ਉਹਦੇ ਵਿੱਚ ਜੇਜਕ ਚੱਲ ਰਹੀ ਹੈ, ਤੇ ਤੁਸੀਂ ਕਿਸੇ ਮੈਰਿਜ ਪੈਲੇਸ ਵਾਲੇ ਨੂੰ 5 ਜਾਂ 10 ਲੱਖ ਰੁਪਈਆ ਐਡਵਾਂਸ ਦੇ ਕੇ ਕਹੋ ਵੀ ਤੂੰ ਮੈਰਿਜ ਪੈਲੇਸ ਬੁੱਕ ਕਰ ਲਾ, ਲੇਕਿਨ ਰਿਸ਼ਤਾ ਅਜੇ ਕੱਚਾ ਪੱਕਾ ਹੈ। ਸੋ ਜਿਹੜਾ 1.5 ਬਿਲੀਅਨ ਡਾਲਰ ਦਾ ਹਿਸਾਬ ਰੇਚਲ ਨੋਟਲੀ ਜੀ ਮੰਗ ਰਹੇ ਨੇ, ਉਹ ਇਸ ਕਰਕੇ ਮੰਗ ਰਹੇ ਨੇ ਕਿ ਬਹੁਤ ਦੁਨੀਆ ਦੇ ਵਿੱਚ ਜਾਂ ਬਹੁਤ ਸਾਰੇ ਮੀਡੀਆ ਆਊਟਲੈਟ ਇਹ ਕਹਿ ਰਹੇ ਸਨ ਕਿ ਟਰੰਪ ਦਾ ਕੋਈ ਚਾਂਸ ਨਹੀਂ ਹੈ, ਤੇ ਜੋ ਬਾਈਡਨ ਜਿਹੜੇ ਨੇ ਉਹਨਾਂ ਨੇ ਕਲੀਅਰਲੀ ਕਹਿਤਾ ਸੀ ਕਿ ਜਿਸ ਦਿਨ ਮੈਂ ਪ੍ਰੈਜ਼ੀਡੈਂਟ ਬਣਿਆ ਮੈਂ ਪਹਿਲੇ ਦਿਨ ਇਹ ਪਰਮਿਟ ਕੈਂਸਲ ਕਰਨਾ ਹੈ ਜੀ। ਸੋ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਇਹ ਉਹਨਾਂ ਦੀ ਜਿਹੜੀ ਅਪਰੂਵਲ ਰੇਟਿੰਗ ਹੈ, ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ, ਉਸ ਤੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਲਗਾਉਂਦੀਆਂ ਨੇ ਜੀ। ਅਗਲਾ ਜਿਹੜਾ ਮੁੱਦਾ ਵਾ ਜੀ, ਅਲਬਰਟਾ ਦੇ ਲਈ ਮੈਨੂੰ ਲੱਗਦਾ ਵੀ ਥੋੜਾ ਜਿਹਾ ਬਿਹਤਰ ਹੋ ਸਕਦਾ ਵਾ, ਇੱਕ ਵਧੀਆ ਨਤੀਜੇ, ਸਾਰਥਕ ਨਤੀਜੇ ਆ ਸਕਦੇ ਨੇ। ਹਾਈਡਰੋਜਨ ਬੇਸਡ ਇੱਕ ਜੀ ਪਲਾਂਟ ਲੱਗਣ ਜਾ ਰਿਹਾ ਵਾ, ਕਹਿੰਦੇ ਵੀ ਐਡਮਿੰਟਨ ਸ਼ਹਿਰ ਦੇ ਵਿੱਚ ਲਗਵਾਉਣਾ ਵਾ ਐਟ ਦੀ ਕਾਸਟ ਆਫ 1.3 ਬਿਲੀਅਨ ਡਾਲਰਸ। ਠੀਕ ਹੈ। ਅਮਰੀਕਾ ਦੀ ਇੱਕ ਕੰਪਨੀ ਹੈ ਜੀ, 에ਅਰ ਪ੍ਰੋਡਕਟ ਇੰਕ। ਹਾਂਜੀ। ਉਹਨਾਂ ਦਾ ਕੈਨੇਡਾ ਦੀ ਫੈਡਰਲ, ਪ੍ਰੋਵਿੰਸ਼ੀਅਲ ਤੇ ਜਿਹੜੀ ਐਡਮਿੰਟਨ ਦੀ ਮਿਊਨਿਸਪਲ ਗਵਰਨਮੈਂਟ ਆ ਉਹਨਾਂ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋ ਚੁੱਕਿਆ ਜੀ। ਔਰ ਕਹਿੰਦੇ ਜੀ ਜੇ ਸਭ ਕੁਝ ਠੀਕ ਠਾਕ ਰਿਹਾ ਤੇ 2024 ਤੱਕ ਜਿਹੜਾ ਇਹ ਪ੍ਰੋਜੈਕਟ ਜਿਹੜਾ ਵਾ ਆਪਰੇਸ਼ਨ ਦੇ ਵਿੱਚ ਆ ਜਾਵੇਗਾ। ਕੀ ਲੱਗਦਾ ਤੁਹਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰੋਜੈਕਟ ਦਾ ਅਲਬਰਟਾ ਵਾਸੀਆਂ ਨੂੰ ਜਾਂ ਅਲਬਰਟਾ ਦੀ ਇਕਨੋਮੀ ਨੂੰ ਕਿੰਨਾ ਵੱਡਾ ਹੁਲਾਰਾ ਮਿਲ ਸਕਦਾ ਜੀ? ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਕਿ ਜਦੋਂ ਵੀ ਕੋਈ ਪ੍ਰੋਜੈਕਟ ਆਉਂਦਾ ਹੈ, ਖਾਸ ਕਰਕੇ ਤੁਸੀਂ 1.3 ਬਿਲੀਅਨ ਡਾਲਰ ਦੀ ਗੱਲ ਕੀਤੀ ਹੈ, ਤੇ ਇੱਕ ਚੰਗੀ ਰਕਮ ਹੈ। ਔਰ ਅਗਰ ਕੋਈ ਪ੍ਰੋਜੈਕਟ ਲੱਗਦਾ ਹੈ ਇਸ ਵੇਲੇ, ਖਾਸ ਕਰਕੇ ਇੰਜੀਨੀਅਰਿੰਗ ਦੇ ਵਿੱਚ ਇਸ ਵੇਲੇ ਵੀ ਜੌਬਾਂ ਦੀ ਬੜੀ ਕਮੀ ਹੈ, ਕਿਉਂਕਿ ਅਲਬਰਟਾ ਕਿਸੇ ਵੇਲੇ ਆਇਲ ਐਂਡ ਗੈਸ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਜੀਨੀਅਰਿੰਗ ਦੇ ਨਾਲ ਸੰਬੰਧਿਤ ਲੋਕ ਇੱਥੇ ਰਹਿੰਦੇ ਨੇ, ਤੇ ਜੌਬਾਂ ਦੀ ਕਮੀ ਹੈ। ਤਾਂ ਬਿਨਾਂ ਸ਼ੱਕ ਇੱਕ ਸਪੋਰਟ ਉਹਨਾਂ ਨੂੰ, ਕੰਸਟਰਕਸ਼ਨ ਵਰਕਰਾਂ ਨੂੰ, ਤੇ ਹੋਰ ਇਕਨੋਮੀ ਦੇ ਵਿੱਚ ਇਹਦੀ ਵਾਈਬ੍ਰੈਂਸੀ ਹੋਵੇਗੀ। ਬਿਲਕੁਲ ਜੀ, ਦੱਸਿਆ ਜਾ ਰਿਹਾ ਕਿ 2500 ਜੌਬ ਜਿਹੜੀਆਂ ਨੇ ਕ੍ਰੀਏਟ ਹੋ ਸਕਦੀਆਂ ਜੀ ਇਸ ਪ੍ਰੋਜੈਕਟ ਨਾਲ। ਬਿਲਕੁਲ ਜੀ, 2500 ਜੌਬ ਹੋਣਗੀਆਂ। ਔਰ ਮੈਂ ਖੈਰ ਇਹ ਕਿਉਂਕਿ ਜਿਹੜੀ ਵੀ ਜੌਬ ਆਉਂਦੀ ਹੈ, ਭਾਵੇਂ 100 ਜੌਬ ਹੋਵੇ, ਭਾਵੇਂ 200 ਹੋਵੇ, ਬਹੁਤ ਵੱਡੀ ਗੱਲ ਹੈ। ਔਰ ਖਾਸ ਕਰਕੇ ਕੋਵਿਡ ਤੋਂ ਬਾਅਦ ਦੀ ਜਿਹੜੀ ਸਿਚੁਏਸ਼ਨ ਹੈ, ਜੌਬਾਂ ਜਿਹੜੀਆਂ ਨੇ ਉਹ ਬੜੀਆਂ ਜ਼ਰੂਰੀ ਨੇ। ਲੇਕਿਨ ਜਿਹੜਾ ਹਾਈਡਰੋਜਨ ਦੇ ਪਲਾਂਟ ਦੀ ਗੱਲ ਹੈ, ਇਹ ਮੈਂ ਸਮਝਦਾ ਕਿ ਅਲਬਰਟਾ ਦੇ ਫਿਊਚਰ ਲਈ ਜਿਹੜਾ ਨਾ ਸਿਰਫ ਇਹੀ ਪ੍ਰੋਜੈਕਟ ਨਹੀਂ। ਅਗਰ ਇਹ ਸਕਸੈਸਫੁਲ ਹੁੰਦਾ ਹੈ ਪ੍ਰੋਜੈਕਟ, ਤੇ ਅਲਬਰਟ, ਕਿਉਂਕਿ ਜਿਹੜੀ ਹਾਈਡਰੋਜਨ ਹੈ, ਹਾਈਡਰੋਜਨ ਪਾਵਰਡ ਵਹੀਕਲ ਦੀ ਇੱਕ ਮਾਰਕੀਟ ਮੰਨੀ ਜਾਂਦੀ ਹੈ। ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਠੀਕ ਹੈ ਕਿ ਅੱਜ ਕੱਲ੍ਹ ਜਿਉਂ ਇਨਵਾਇਰਮੈਂਟ ਦੀ ਗੱਲ ਹੁੰਦੀ ਹੈ, ਕਾਰਬਨ ਐਮਿਸ਼ਨ ਦੀ ਗੱਲ ਹੁੰਦੀ ਹੈ, ਤੇ ਜਿਹੜੀਆਂ ਆਪਣੇ ਡੀਜ਼ਲ ਜਾਂ ਪੈਟਰੋਲ ਵਾਲੀਆਂ ਗੱਡੀਆਂ ਨੇ, ਇਹ ਮੰਨਿਆ ਜਾਂਦਾ ਹੈ ਕਿ ਆਉਣ ਵਾਲੇ 20 ਜਾਂ 30 ਸਾਲਾਂ ਦੇ ਵਿੱਚ ਇਹਨਾਂ 'ਚ ਵੱਡੀ ਜਿਹੜੀ ਹੈ ਉਹ ਕਟੌਤੀ ਹੋਵੇਗੀ, ਤੇ ਉਹਨਾਂ ਦੇ ਮੁਕਾਬਲੇ ਇਲੈਕਟ੍ਰਿਕ ਵਹੀਕਲ ਜਿਹੜੇ ਨੇ ਉਹਨਾਂ ਦੀ ਬਹੁ ਗਿਣਤੀ ਹੋਵੇਗੀ। ਲੇਕਿਨ ਇਲੈਕਟ੍ਰਿਕ ਵਹੀਕਲ ਦੀਆਂ ਕੁਝ ਊਣਤਾਈਆਂ ਜਾਂ ਜਿਹੜੀਆਂ ਕੁਝ ਸ਼ਾਰਟਕਮਿੰਗ ਨੇ, ਉਹਦੇ ਵਿੱਚ ਇਹ ਮੰਨਿਆ ਜਾਂਦਾ ਕਿ ਇੱਕ ਤਾਂ ਉਹਨਾਂ ਦੀ ਚਾਰਜਿੰਗ ਦਾ ਟਾਈਮ ਦੀ ਗੱਲ ਕੀਤੀ ਜਾਂਦੀ ਹੈ, ਇੱਕ ਉਹਨਾਂ ਦੀ ਡਿਊਰੇਸ਼ਨ ਦੀ ਗੱਲ ਕੀਤੀ ਜਾਂਦੀ ਹੈ।
ਬਹੁਤ ਸਾਰੇ ਮਾਹਰ ਇਹ ਮੰਨਦੇ ਨੇ ਕਿ ਜਿਹੜੇ ਹਾਈਡਰੋਜਨ ਪਾਵਰਡ ਵਹੀਕਲ ਨੇ ਇਹ ਵੀ ਇੱਕ ਫਿਊਚਰ ਦੇ ਵਿੱਚ ਇਲੈਕਟ੍ਰੀਕਲ ਵਹੀਕਲ ਦੇ ਮੁਕਾਬਲੇ ਦਾ ਜਿਹੜਾ ਕੰਪੀਟੀਸ਼ਨ ਹੋਵੇਗਾ। ਅਗਰ ਇਹ ਪ੍ਰੋਜੈਕਟ ਜਿਹੜਾ ਇਹ ਸਫਲ ਹੁੰਦਾ ਹੈ ਤੇ ਸਿਰਫ ਇਹੀ ਪ੍ਰੋਜੈਕਟ ਨਹੀਂ, ਅਲਬਰਟਾ ਦੇ ਫਿਊਚਰ ਲਈ ਇਹ ਬਹੁਤ ਚੰਗਾ ਹੋਵੇਗਾ ਜੀ। ਬਿਲਕੁਲ ਜੀ, ਇਸ ਨੂੰ ਦੱਸਿਆ ਜਾ ਰਿਹਾ ਕਿ ਕੈਨੇਡਾ ਦੀ ਜਿਹੜੀ ਹਾਈਡਰੋਜਨ ਇਕੋਨਮੀ ਆ ਉਹਦਾ ਜੀ ਹੱਬ ਬਣ ਸਕਦਾ ਵਾ ਐਡਮਿੰਟਨ। ਦੇਖਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਰਥਕ ਨਤੀਜੇ ਜਿਹੜੇ ਆ ਇਹਦੇ ਵੇਖਣ ਨੂੰ ਮਿਲਦੇ ਨੇ। ਅਗਲੇ ਮੁੱਦੇ ਵੱਲ ਤੁਰਦੇ ਹਾਂ ਜੀ। ਅੱਜ ਵੀਰਵਾਰ ਦਾ ਦਿਨ ਹੈ ਜੀ, ਔਰ ਅਲਬਰਟਾ ਦੀ ਜਿਹੜੀ ਇਕੋਨਮੀ ਆ ਉਸ ਨੂੰ ਰੀਓਪਨ ਕਰਨ ਦਾ ਜਿਹੜਾ ਦੂਜਾ ਪੜਾਅ ਵਾ ਉਹ ਵੀ ਸ਼ੁਰੂ ਕਰ ਦਿੱਤਾ ਗਿਆ ਵਾ। ਇਹਦੇ ਵਿੱਚ ਕਾਫੀ ਰਿਆਇਤਾਂ ਦਿੱਤੀਆਂ ਗਈਆਂ ਨੇ, ਸਿਨੇਮਾ ਘਰ ਵੀ ਖੁੱਲ ਚੁੱਕੇ ਨੇ, ਜਿਹੜੇ ਸਲੂਨ ਨੇ ਜਾਂ ਕਹਿ ਲਓ ਵੀ ਪਰਸਨਲ ਵੈਲਨੈਸ ਦੇ ਜਿਹੜੇ ਸੈਂਟਰ ਨੇ ਉਹ ਵੀ ਖੁੱਲ ਚੁੱਕੇ ਨੇ। ਤੇ ਜਿਹੜਾ ਜੀ ਇਹਨਾਂ ਨੇ ਰੱਖਿਆ ਸੀਗਾ ਟਾਰਗੇਟ ਸੈਕੰਡ ਫੇਜ਼ ਦੇ ਵਾਸਤੇ, ਉਹ ਸੀਗਾ ਕਿ ਜਦੋਂ 60% ਅਲਬਰਟਨ ਜਿਨ੍ਹਾਂ ਦੀ ਉਮਰ 12 ਸਾਲ ਜਾਂ ਇਸ ਤੋਂ ਉੱਪਰ ਆ ਨੂੰ ਘੱਟੋ ਘੱਟ ਪਹਿਲੀ ਡੋਜ਼ ਲੱਗ ਜਾਏਗੀ ਤੇ ਜਿਹੜੇ ਕੇਸਿਸ ਨੇ ਹਸਪੀਟਲਸ ਦੇ ਵਿੱਚ ਉਹ 500 ਤੋਂ ਘੱਟ ਜਾਣਗੇ ਤੇ ਆਪਾਂ ਜੀ ਸੈਕੰਡ ਜਿਹੜੀ ਫੇਜ਼ ਆ ਉਹਦੇ ਵਿੱਚ ਆ ਜਾਾਂਗੇ। ਤੇ ਤੀਜੀ ਫੇਜ਼ ਵਾਸਤੇ ਇਹਨਾਂ ਨੇ ਟਾਰਗੇਟ ਰੱਖਿਆ ਵਾ 70% ਜਿਹੜੀ ਵੈਕਸੀਨੇਸ਼ਨ ਦਾ, ਕਿ ਜਦੋਂ ਅਲਬਰਟਨਸ 12 ਸਾਲ ਜਾਂ ਇਸ ਤੋਂ ਉੱਪਰ ਵਾਲਿਆਂ ਨੂੰ ਪਹਿਲੀ ਡੋਜ਼ ਲੱਗ ਗਈ ਤੇ ਫਿਰ ਆਪਾਂ ਜੀ ਤੀਜੀ ਜਿਹੜੀ ਫੇਜ਼ ਆ ਉਹਦੇ ਵਿੱਚ ਵੀ ਐਂਟਰ ਕਰ ਜਾਾਂਗੇ। ਸੋ ਕਾਫੀ ਨਵੀਆਂ ਇਹਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ। ਐਕਸਪੋ ਸੈਂਟਰ ਤੁਹਾਨੂੰ ਪਤਾ ਐਡਮਿੰਟਨ ਸ਼ਹਿਰ ਦੇ ਵਿੱਚ 118 ਐਵੀਨਿਊ ਦੇ ਨੇੜੇ ਤੇ ਜਿਹੜੀ ਵੈਨਗ੍ਰਿਸਕੀ ਆ ਉਹਦੇ ਨਜ਼ਦੀਕ ਉਹਨੂੰ ਜੀ ਇਹਨਾਂ ਨੇ ਕਾਈਂਡ ਆਫ ਡਰਾਈਵ ਥਰੂ ਵੈਕਸੀਨ ਸੈਂਟਰ ਬਣਾ ਦਿੱਤਾ। ਸੋ ਸਾਡੀ ਬੇਨਤੀ ਆ ਐਡਮਿੰਟਨ ਵਾਸੀਆਂ ਨੂੰ, ਅਗਰ ਕਿਸੇ ਨੇ ਅਜੇ ਤੱਕ ਪਹਿਲੀ ਡੋਜ਼ ਨਹੀਂ ਲਵਾਈ ਤੇ ਉਹ ਉੱਥੇ ਕਦੇ ਵੀ ਜਾ ਕੇ ਵਾਕ ਇਨ ਦੇ ਵਿੱਚ ਵੈਕਸੀਨ ਜਿਹੜੀ ਆ ਉਹ ਲਗਵਾ ਸਕਦੇ ਨੇ ਜੀ। ਤੇ ਵੈਡਿੰਗ ਦੇ ਲਈ, ਫਿਊਨਰਲ ਦੇ ਲਈ ਵੀ ਲਿਮਿਟਸ ਵਧਾ ਦਿੱਤੀਆਂ ਗਈਆਂ ਨੇ। ਜਿਹੜੇ ਰੈਸਟੋਰੈਂਟ ਸੀਗੇ ਉਹਨਾਂ ਦੀਆਂ ਜਿਹੜੀ ਕੈਪੈਸਿਟੀ ਸੀ, ਪਹਿਲਾਂ ਇੱਕ ਟੇਬਲ ਦੇ ਉੱਪਰ 4 ਬੰਦੇ ਬਹਿ ਸਕਦੇ ਸੀ ਇੱਕ ਹਾਊਸ ਹੋਲਡ ਤੋਂ, ਹੁਣ 6 ਕਰ ਦਿੱਤੀ ਗਈ ਆ। ਤੇ ਕਾਫੀ ਮੈਨੂੰ ਲੱਗਦਾ ਵੀ ਨਵੇਂ ਜਿਹੜੇ ਕਹਿ ਲਓ ਵੀ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਵਾ ਦਿਸਣੀਆਂ ਸ਼ੁਰੂ ਹੋ ਗਈਆਂ ਵਾ। ਕੀ ਕਹਿਣਾ ਚਾਹੋਗੇ, ਕਿਉਂਕਿ ਅਲਬਰਟਨ ਬੜੇ ਐਕਸਾਈਟਡ ਨੇ ਸਿਨੇਮਿਆਂ ਨੂੰ ਲੈ ਕੇ, ਜਾਂ ਜਿਹੜੇ ਈਵੈਂਟਸ ਹੋਣੇ ਨੇ, ਈਵਨ ਕੰਸਰਟਸ ਦੀ ਵੀ ਇਜਾਜ਼ਤ ਦੇ ਦਿੱਤੀ ਵੀ 150 ਦੀ ਜਿਹੜੀ ਪਾਪੂਲੇਸ਼ਨ ਆ ਕੰਸਰਟਸ ਵੀ ਆਰਗੇਨਾਈਜ਼ ਕਰ ਸਕਦੀ ਹੈ ਜੀ। ਦੇਖੋ ਬਿਨਾਂ ਸ਼ੱਕ ਮਨਜੀਤ ਸਿੰਘ ਜੀ, ਅਸੀਂ ਸਾਰੇ ਜਾਣਦੇ ਹਾਂ ਕਿ ਵੈਸੇ ਤਾਂ ਸਮੁੱਚਾ ਕੈਨੇਡਾ ਹੀ ਠੰਡ ਵਾਲਾ ਮੁਲਕ ਮੰਨਿਆ ਜਾਂਦਾ ਹੈ, ਲੇਕਿਨ ਅਲਬਰਟਾ ਦੀ ਠੰਡ, ਫਿਰ ਖਾਸ ਕਰਕੇ ਐਡਮਿੰਟਨ ਦੀ ਠੰਡ, ਇਹਦੀ ਥੋੜ੍ਹੀ ਜਿਹੀ ਜਿਹੜੀ ਜ਼ਿਆਦਾ ਇਹਨੂੰ ਮੰਨਿਆ ਜਾਂਦਾ ਹੈ ਕਿ ਠੰਡਾ ਇਲਾਕਾ ਹੈ ਜੀ, ਵਿੰਟਰ ਲੰਬਾ ਹੁੰਦਾ ਹੈ, ਸਮਰ ਛੋਟੀ ਹੁੰਦੀ ਹੈ। ਸੋ ਇਸ ਕਰਕੇ ਵੀ ਥੋੜ੍ਹੀ ਜਿਹੀ ਐਕਸਪੈਕਟੇਸ਼ਨ ਜਿਹੜੀ ਸੀਗੀ ਓਪਨਿੰਗ ਦੀ, ਇਹ ਲੋਕਾਂ ਦੇ ਵਿੱਚ ਉਤਸੁਕਤਾ ਅਲਬਰਟਾ ਦੇ ਵਿੱਚ ਵੱਧ ਹੁੰਦੀ ਹੈ, ਕਿਉਂਕਿ ਸਮਰ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੁੰਦੇ ਹਰ ਕੋਈ ਵਿਅਕਤੀ। ਬਿਲਕੁਲ। ਤੇ ਸਾਨੂੰ ਇਹ ਵੀ ਪਤਾ ਹੈ ਕਿ ਜਿਹੜੇ 2 ਵੱਡੇ ਮੇਲੇ ਹੁੰਦੇ ਨੇ, ਕੈਲਗਰੀ ਦੇ ਵਿੱਚ ਸਟੈਂਪੀਡ ਹੁੰਦਾ ਹੈ, ਐਡਮਿੰਟਨ ਦੇ ਵਿੱਚ ਕਲੌਂਡੀਏਕ ਹੁੰਦਾ ਹੈ, ਸ਼ਾਇਦ ਉਦੋਂ ਤੱਕ ਹੋਰ ਵੀ ਰੈਸਟ੍ਰਿਕਸ਼ਨਾਂ ਜਿਹੜੀਆਂ ਈਜ਼ ਆਊਟ ਹੋਣ। ਸੋ ਇਹ ਟਾਰਗੇਟ ਇਸ ਤਰ੍ਹਾਂ ਲੱਗਦਾ ਹੈ ਕਿ ਅਲਬਰਟਾ ਸਰਕਾਰ ਦਾ ਇਹ ਟਾਰਗੇਟ ਹੈ। ਲੇਕਿਨ ਬਿਨਾਂ ਸ਼ੱਕ ਇਹ ਖੁੱਲ੍ਹਣਾ ਚਾਹੀਦਾ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੋਵਿਡ ਜਿਹੜਾ ਹੈ ਇਸ ਨੇ ਜਿਹੜੇ ਛੋਟੇ ਬਿਜ਼ਨਸ ਨੇ, ਖਾਸ ਕਰਕੇ ਰੈਸਟੋਰੈਂਟਸ ਨੇ, ਸਲੂਨਸ ਨੇ, ਉਹਨਾਂ 'ਤੇ ਬਹੁਤ ਜ਼ਿਆਦਾ ਅਸਰ ਪਾਇਆ। ਉਹਨਾਂ ਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪਿਆ। ਭਾਵੇਂ ਸਰਕਾਰਾਂ ਨੇ ਮਦਦ ਕੀਤੀ ਹੈ, ਲੇਕਿਨ ਫਿਰ ਵੀ ਜਿਹੜਾ ਇੱਕ ਬਿਜ਼ਨਸ ਜਿਹੜਾ ਇੱਕ ਠੀਕ ਠਾਕ ਜਾਂ ਵਧੀਆ ਚੱਲ ਰਿਹਾ ਬਿਜ਼ਨਸ, ਉਸ ਦੇ ਵਿੱਚ ਅਗਰ ਖੜੋਤ ਆ ਜਾਵੇ ਕੁਝ ਹਫ਼ਤਿਆਂ ਲਈ, ਉਹ ਮੁਸ਼ਕਿਲ ਹੁੰਦੀ ਹੈ। ਲੇਕਿਨ ਇਹ ਮਹੀਨਿਆਂ ਬੱਧੀ ਤੇ ਸਾਲਾਂ ਬੱਧੀ ਦਾ ਕੰਮ ਸੀ। ਸੋ ਸਵਾਗਤ ਅਸੀਂ ਕਰਦੇ ਹਾਂ। ਔਰ ਜਿਵੇਂ ਤੁਸੀਂ ਕਿਹਾ ਕਿ ਵੈਕਸੀਨ ਲਗਾਉਣ ਦੀ ਗੱਲ ਹੈ, ਇਹ ਅਸੀਂ ਰਿਕੁਐਸਟ ਹੀ ਕਰ ਸਕਦੇ ਹਾਂ ਕਿ ਵੈਕਸੀਨ ਜ਼ਰੂਰ ਲਗਵਾਓ। ਬਹੁਤ ਘੱਟ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੋਣਗੇ ਜਿਹੜੇ ਮੇਰੇ ਖਿਆਲ ਹੁਣ ਵੀ ਇਸ ਮਹਾਮਾਰੀ ਨੂੰ ਡਿਨਾਈ ਜਿਹੜੇ ਕਰਦੇ ਹੋਣਗੇ ਕਿ ਨਹੀਂ, ਕੁਝ ਨਹੀਂ ਹੈ। ਲੇਕਿਨ ਬਿਨਾਂ ਸ਼ੱਕ ਇਸ ਨੇ ਬੜਾ ਨੁਕਸਾਨ ਕੀਤਾ ਹੈ। ਅਸੀਂ ਭਾਰਤ ਦੀ ਗੱਲ ਕਰੀਏ, ਭਾਰਤ ਕਿਸ ਤਰ੍ਹਾਂ ਦੂਸਰੀ ਵੇਵ ਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਔਰ ਕਿਸ ਤਰ੍ਹਾਂ ਉਹਨਾਂ ਦਾ ਸਾਰਾ ਸਿਸਟਮ ਕੋਲੈਪਸ ਹੋਇਆ। ਸੋ ਦੂਜੀ ਗੱਲ ਇਹ ਹੈ ਕਿ ਭਾਵੇਂ ਸਰਕਾਰ ਨੇ, ਮੈਂ ਇਹੀ ਤਾਕੀਦ ਕਰਾਂਗਾ ਕਿ ਭਾਵੇਂ ਸਰਕਾਰ ਨੇ ਰਿਸਟ੍ਰਿਕਸ਼ਨਾਂ ਈਜ਼ ਕੀਤੀਆਂ ਨੇ, ਉਹਨਾਂ ਦਾ ਅਸੀਂ ਫਾਇਦਾ ਲਈਏ, ਲੇਕਿਨ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਸ ਤੋਂ ਬਿਲਕੁਲ ਉਸ ਨੂੰ ਅਸੀਂ ਸਮਝਦੇ ਹੋਏ ਇਸ ਨੂੰ ਸਿਰਫ ਸੋਚ ਸਮਝ ਕੇ ਤੇ ਆਪਣੀਆਂ ਜਿਹੜੀਆਂ ਹੱਦਾਂ ਉਹਨੇ ਫਿਕਸ ਕੀਤੀਆਂ ਨੇ ਉਹਨਾਂ ਦੇ ਵਿੱਚ ਰਹਿ ਕੇ ਨਿਯਮਾਂ ਦਾ ਪਾਲਣ ਕਰੀਏ। ਬਿਲਕੁਲ ਜੀ, ਆਪਾਂ ਸਮਰ ਦਾ ਜਿਹੜਾ ਸੀਜ਼ਨ ਆ ਉਹ ਵੀ ਇੰਜੋਏ ਕਰਨਾ ਵਾ, ਵੈਕਸੀਨ ਵੀ ਲਵਾਉਣੀ ਆ, ਔਰ ਨਾਲ ਦੇ ਨਾਲ ਜਿਹੜੀਆਂ ਅਲਬਰਟਾ ਹੈਲਥ ਗਾਈਡਲਾਈਨਸ ਨੇ ਉਹਨਾਂ ਨੂੰ ਵੀ ਫੋਲੋ ਕਰਨਾ ਵਾ। ਗੁਰਿੰਦਰ ਭਾਜੀ, ਤੁਸੀਂ ਇੰਡੀਆ ਤੋਂ ਵੈਕਸੀਨ ਲਵਾ ਚੁੱਕੇ ਜੀ? ਬਿਲਕੁਲ ਜੀ, ਮੈਂ
ਇਹ ਪਹਿਲੀ ਡੋਜ਼ ਮੈਂ ਆਪਣੇ ਐਸਟਰਾਜ਼ੈਨੇਕਾ ਵੈਕਸੀਨ ਦੀ ਲਗਵਾਈ ਸੀ। ਦੂਜੀ ਡੋਜ਼ ਵੀ ਮੇਰਾ ਲਗਾਉਣ ਦਾ ਯਤਨ ਸੀ, ਲੇਕਿਨ ਮੈਨੂੰ ਉਹ ਮਿਲ ਨਹੀਂ ਸਕੀ। ਇਨ ਦਾ ਮੀਨ ਟਾਈਮ ਮੇਰਾ ਇਹ ਫਲਾਈਟ ਦਾ ਕੰਮ ਹੋ ਗਿਆ। ਹੋ ਸਕਦਾ ਜੇ ਫਲਾਈਟ ਹਫ਼ਤਾ ਤੱਕ ਲੇਟ ਹੁੰਦੀ ਫਿਰ ਸ਼ਾਇਦ ਲੱਗ ਵੀ ਜਾਂਦੀ, ਪਰ ਮੈਨੂੰ ਹੁਣ ਲੱਗਦਾ ਇੱਥੇ ਪਤਾ ਕਰਾਂਗੇ। ਕੁਆਰੰਟਾਈਨ ਮੇਰਾ 3-4 ਦਿਨ ਦੇ ਵਿੱਚ ਖਤਮ ਹੋ ਜਾਣਾ, ਤੇ ਫਿਰ ਪਤਾ ਕਰਦੇ ਹਾਂ ਕਿ ਕਿਹੜੀ ਵੈਕਸੀਨ ਅਵੇਲੇਬਲ ਹੈ। ਸੈਕੰਡ ਡੋਜ਼ ਵੀ ਲਵਾ ਲੈਣੀ ਹੈ। ਥੋੜੀ ਜਿਹੀ ਜਾਣਕਾਰੀ ਤੁਹਾਡੇ ਲਈ ਮੈਂ ਸ਼ੇਅਰ ਕਰਨੀ ਸੀ, ਤਾਂ ਸਵਾਲ ਪੁੱਛਿਆ ਜੀ ਤੁਹਾਨੂੰ ਹਾਂਜੀ ਕਿ ਜਿਹੜੇ ਅਲਬਰਟਨਸ ਆਊਟ ਆਫ ਕੈਨੇਡਾ ਜਾਂ ਆਊਟ ਆਫ ਅਲਬਰਟਾ ਤੋਂ ਵੈਕਸੀਨ ਲਵਾ ਲਏ ਨੇ, ਹਾਂਜੀ ਚਾਹੇ ਉਹਨਾਂ ਨੇ 1 ਡੋਜ਼ ਲਵਾਈ ਹੈ ਜਾਂ 2 ਡੋਜ਼ ਲਵਾਈਆਂ ਨੇ, ਹਾਂਜੀ ਉਹਨਾਂ ਨੂੰ ਜੀ ਅਲਬਰਟਾ ਹੈਲਥ ਸਰਵਿਸਿਜ਼ ਨੂੰ ਆਪਣਾ ਜਿਹੜਾ ਇਮਿਊਨਾਈਜੇਸ਼ਨ ਦਾ ਰੈਕਡ ਆ ਉਹ ਹਾਂਜੀ ਸਬਮਿਟ ਕਰ ਦੇਣਾ ਚਾਹੀਦਾ ਵਾ, ਤਾਂ ਹਾਂਜੀ ਕਿ ਅਲਬਰਟਾ ਸਰਕਾਰ ਨੂੰ ਪਤਾ ਲੱਗ ਸਕੇ ਵੀ ਕਿੰਨੇ ਕੁ ਲੋਕ ਜਿਹੜੇ ਆ ਉਹ ਵੈਕਸੀਨ ਲਵਾ ਚੁੱਕੇ ਨੇ ਤੇ ਕਿੰਨੇ ਕੁ ਨੂੰ ਅਜੇ ਵੈਕਸੀਨ ਲੱਗਣੀ ਬਾਕੀ ਹੈ ਜੀ। ਸੋ ਦੇਖੋ ਭਾਜੀ ਜੀ, ਬਹੁਤ ਬਹੁਤ ਸਾਡੇ ਧੰਨਵਾਦ ਹੈ ਜੀ ਤੁਹਾਡਾ। ਸਾਡੇ ਕੋਲ ਬਹੁਤ ਸੋਹਣਾ ਸਰਟੀਫਿਕੇਟ ਹੈ ਜੀ। ਸਾਡੇ ਆਪਣੇ ਮੋਦੀ ਸਾਹਿਬ ਦੀ ਫੋਟੋ ਵੀ ਉੱਤੇ ਲੱਗੀ ਹੈ। ਪੱਕਾ ਅਥੈਂਟਿਕ ਕਿਆ ਬਾਤ। ਸਰਟੀਫਿਕੇਟ ਹੈ, ਤੇ ਉਹ ਆਪਾਂ ਦਿਖਾ ਕੇ ਤੇ ਬਿਲਕੁਲ ਸਾਰਾ ਡਾਟਾ ਅਪਡੇਟ ਕਰਵਾ ਦਿੰਦੇ ਹਾਂ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਸਮਾਂ ਕੱਢਿਆ ਔਰ ਕਾਫੀ ਅਹਿਮ ਜਿਹੜੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਮੁੱਦੇ ਸੀ ਉੱਪਰ ਗੱਲਬਾਤ ਕੀਤੀ। ਅਗਲੇ ਹਫਤੇ ਕੁਝ ਹੋਰ ਮੁੱਦਿਆਂ ਨਾਲ ਔਰ ਗੱਲਬਾਤ ਜਿਹੜੀ ਹੈ ਜੀ ਕਰਾਂਗੇ। ਤਦ ਤੱਕ ਇੱਥੇ ਹੀ ਪ੍ਰੋਗਰਾਮ ਨੂੰ ਨਿਬੇੜਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਸਤਿ ਸ਼੍ਰੀ ਅਕਾਲ ਜੀ। ਭਾਜੀ, ਬਹੁਤ ਬਹੁਤ ਧੰਨਵਾਦੀ ਹਾਂ ਜੀ ਤੁਹਾਡਾ, ਤੁਸੀਂ ਸਮਾਂ ਕੱਢਿਆ ਔਰ ਇੰਨੇ ਅਹਿਮ ਮੁੱਦਿਆਂ ਦੇ ਉੱਪਰ ਆਪਣੀ ਜਿਹੜੀ ਆ ਵਿਵਾਦ ਰਾਏ ਰੱਖੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਾਂਗੇ, ਕੁਝ ਹੋਰ ਮੁੱਦਿਆਂ ਉੱਪਰ ਚਰਚਾ ਕਰਾਂਗੇ ਜੀ। ਤਦ ਤੱਕ ਮਨਜੀਤ ਸਿੰਘ ਫਿਰਮਾਨ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।